ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਸਾਇੰਸ ਦੇ ਜਿਹੜੇ ਚੈਪਟਰ ਤੁਹਾਡੇ ਰੈਗੂਲਰ ਫਿਰ ਤੋਂ ਸਟਾਰਟ ਹੋ ਚੁੱਕੇ ਆ। 5-6 ਦਿਨ ਹੋ ਗਏ ਜਿਹੜੀ ਕਲਾਸ ਨਹੀਂ ਲੱਗੀ ਸੀ। ਲਾਸਟ ਚੈਪਟਰ ਆਪਾਂ ਕੀਤਾ ਸੀਗਾ ਜਿਹੜਾ ਬਾਇਓਲੋਜੀ ਦਾ ਹੀ ਸੀਗਾ, ਠੀਕ ਹੈ। ਤੇ ਰੈਗੂਲਰ ਚੱਲਦੇ ਆ ਰਹੇ ਆ ਆਪਣੇ ਚੈਪਟਰ, ਕਿ ਕਿਸੇ ਦੇ ਵਿੱਚ ਇਹ ਨਹੀਂ ਕਿ ਜੇ ਕੋਈ ਔਖਾ ਸੀ ਜਾਂ ਸੌਖਾ ਸੀ ਉਹਦੇ ਵਿੱਚ ਗੈਪ ਪਾਤਾ। ਤਾਂ ਜਿਹੜੇ 17 ਚੈਪਟਰ ਦੇ ਤੁਹਾਨੂੰ MCQ ਕਰਾ ਚੁੱਕੇ ਆ, ਪਰ 18ਵੇਂ ਤੋਂ ਹੁਣ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆਈ ਜਾਂਦੇ ਸੀ, ਮੈਸੇਜ ਵੀ ਆਏ ਆ ਮੈਨੂੰ ਪਰਸਨਲੀ ਕਿ ਸਰ ਇਸ ਚੈਪਟਰ ਦੀ ਥਿਊਰੀ ਅਸੀਂ ਕਰਨੀ ਹੈ, ਠੀਕ ਹੈ। ਤਾਂ ਇਸ ਚੈਪਟਰ ਦੀ ਥਿਊਰੀ ਕਿਉਂ ਕਰਨੀ ਹੈ? ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਡਾਊਟ ਰਹਿੰਦੇ ਆ, ਕਿਉਂਕਿ ਨਾਮ ਬਹੁਤ ਜ਼ਿਆਦਾ ਕਿਹੜੀ ਚੀਜ਼ ਕਿਹੜੇ ਨਾਲ ਬਿਲੋਂਗ ਕਰਦੀ ਹੈ, ਇਹਦੇ ਵਿੱਚ ਕਨਫਿਊਜ਼ਨ ਰਹਿੰਦੀ ਹੈ। ਪਰ ਹੁਣ ਜਿਹੜਾ ਆਪਾਂ ਇਹਦੇ ਵਿੱਚ ਕੀ ਕਰਾਂਗੇ, ਹੁਣ 2 ਤਾਂ ਇਹਦੇ ਲੈਕਚਰ ਲਾਵਾਂਗੇ ਆਪਾਂ ਥਿਊਰੀ ਦੇ, ਉਹਦੇ ਵਿੱਚ ਤੁਹਾਨੂੰ ਮੈਂ ਕੰਪਲੀਟ ਥਿਊਰੀ ਕਰਾ ਦੂੰਗਾ। ਤੇ 3rd ਦੇ ਵਿੱਚ ਆਪਾਂ MCQ ਕਰ ਲਾਂਗੇ, ਠੀਕ ਹੈ। ਨਾਲੇ ਸਾਰਿਆਂ ਨੂੰ ਇਹ ਹੋ ਜਾਊਗਾ ਕਿ ਕੀਤਾ ਹੋਇਆ। ਤਾਂ 1-2 ਚੀਜ਼ਾਂ ਦਾ ਧਿਆਨ ਰੱਖਿਓ ਇਹ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ। ਜਿੰਨੇ ਵੀ ਨਾਮ ਦੱਸੂਗਾ ਸਾਰੇ ਤੁਸੀਂ ਇੰਗਲਿਸ਼ 'ਚ ਹੀ ਯਾਦ ਕਰਨੇ, ਕਿਉਂਕਿ ਜਿਹੜੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਵੀ ਹੈ ਉਵੇਂ ਦਾ ਉਵੇਂ ਹੀ ਲਿਖਿਆ ਜਾਂਦਾ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ, ਇਹ ਨਾ ਸੋਚਿਓ ਕਿ ਸਰ ਇੰਗਲਿਸ਼ 'ਚ ਦੱਸੀ ਜਾਂਦੇ ਆ। ਤਾਂ ਦੂਸਰੀ ਗੱਲ ਇਹ ਹੈ, ਪਹਿਲੀ ਵਾਰੀ ਸ਼ਾਇਦ ਲੱਗੇ ਜਿਵੇਂ ਫਸਟ 2-4 ਮਿੰਟ ਜਦੋਂ ਮੈਂ ਸਮਝਾਊਂਗਾ ਕਿ ਇਹ ਚੀਜ਼ਾਂ ਕੀ ਆ ਰਹੀਆਂ, ਪਰ ਜਦੋਂ ਤੁਸੀਂ ਵੀਡੀਓ ਦੇ ਜਾਂ ਲੈਕਚਰ ਦੇ ਐਂਡ ਤੇ ਹੋਵੋਗੇ ਤਾਂ ਮੈਂ ਗਰੰਟੀ ਕਰਦਾ ਤੁਹਾਨੂੰ ਇੱਕ ਪੁਆਇੰਟ ਸਮਝ ਆਊਗਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਧਿਆਨ ਨਾਲ ਸੁਣਨਾ ਤੁਸੀਂ ਜਿੰਨਾ ਕੁਝ ਵੀ ਮੈਂ ਕਰਾਊਂਗਾ। ਤਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ। ਤਾਂ ਇਹਦੇ ਵਿੱਚ ਕੀ ਹੈ ਚੈਪਟਰ ਦੇ ਵਿੱਚ, ਕਿ ਡਾਈਵਰਸਿਟੀ ਇਨ ਲਿਵਿੰਗ ਆਰਗੈਨਿਜ਼ਮ। ਤਾਂ ਸਭ ਤੋਂ ਪਹਿਲਾਂ ਬੇਸਿਕ ਤੋਂ ਲੈ ਕੇ ਚੱਲਦੇ ਹਾਂ ਕਿ ਇਹਦੇ ਵਿੱਚ ਆਪਾਂ ਇਹ ਗੱਲ ਕਰਨੀ ਹੈ, ਜਿਵੇਂ ਮੰਨ ਕੇ ਚਲੋ ਆਪਣੇ ਕੋਲੇ ਹੁਣ ਮੋਬਾਈਲ ਫੋਨ ਤੇ ਲਾ ਲਓ, ਠੀਕ ਹੈ। ਆਪਣੇ ਜਿਹੜੇ ਹੱਥ 'ਚ ਤੁਸੀਂ ਫੋਨ ਫੜਿਆ ਹੋਇਆ ਜਿਹੜਾ ਦੇਖੀ ਜਾਂਦੇ ਹੋ, ਉਹ ਸਾਰਿਆਂ ਕੋਲ ਟੱਚ ਵਾਲਾ ਇਹੀ ਹੈ ਨਾ, ਟੱਚ ਵਾਲਾ ਫੋਨ ਹੈ। ਪਰ ਅੱਜ ਤੋਂ ਜੇ ਮੰਨ ਕੇ ਚਲੋ 10-15 ਸਾਲ ਪਹਿਲਾਂ ਚੱਲੀਏ ਆਪਾਂ, ਤਾਂ ਕੀਪੈਡ ਵਾਲੇ ਫੋਨ ਆਉਂਦੇ ਸੀ। ਧਿਆਨ ਨਾਲ ਸਮਝੀ ਚੱਲਿਓ, ਹੁਣ ਕੀਪੈਡ ਵਾਲੇ ਫੋਨ ਆਉਂਦੇ ਸੀਗੇ। ਤਾਂ ਉਸ ਤੋਂ ਬਾਅਦ ਥੋੜਾ ਇਨਵੋਲਵ ਹੁੰਦੇ ਗਏ, ਜਿਹੜੇ ਐਵੋਲਿਊਸ਼ਨ ਹੁੰਦਾ ਗਿਆ ਉਹਨਾਂ ਦੇ ਵਿੱਚ। ਕੀਪੈਡ ਤੋਂ ਆਪਣੇ ਉਹ ਟੱਚ ਵਾਲੇ ਹੋ ਗਏ। ਟੱਚ ਆਉਂਦੀ ਹੁੰਦੀ ਸੀ ਦੂਸਰੇ ਵਾਲੀ, ਉਹਦੇ ਵਿੱਚ ਡਿਸਪਲੇ ਅਲੱਗ ਹੁੰਦੀ ਸੀ, ਟੱਚ ਉੱਪਰ ਹੁੰਦੀ ਸੀ। ਟੱਚ ਜਿਹੜੀ ਜਦੋਂ ਤੁਸੀਂ ਟੱਚ ਕਰਦੇ ਹੀ ਪਤਾ ਲੱਗਦਾ ਸੀ ਕਿ ਤੁਸੀਂ ਕਿਸੇ ਚੀਜ਼ ਨੂੰ ਟੱਚ ਕਰੀ ਜਾਂਦੇ ਆ। ਤਾਂ ਹੁਣ ਕੀ ਆ, ਡਿਸਪਲੇ ਦੇ ਟੱਚ ਜਿਹੜੀਆਂ ਇਕੱਠੀਆਂ ਹੋ ਚੁੱਕੀਆਂ ਕਾਫੀ ਸਾਰੀਆਂ। ਜਿਵੇਂ ਕੈਮਰਾ ਪਹਿਲਾਂ 2 ਮੈਗਾਪਿਕਸਲ ਤੋਂ ਮੰਨਦੇ ਸੀਗੇ ਕਿ ਬਹੁਤ ਵਧੀਆ, ਹੁਣ 20 ਹੁਣ 200 ਮੈਗਾਪਿਕਸਲ ਵੀ ਆ ਗਿਆ ਕਈ ਫੋਨਸ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਐਵੋਲਿਊਸ਼ਨ ਹੋਇਆ। ਉਵੇਂ ਹੀ ਸੇਮ ਕੰਸੈਪਟ ਕੀ ਹੈ ਸੈਲਸ ਦਾ, ਠੀਕ ਹੈ। ਉਵੇਂ ਹੀ ਸੇਮ ਕੰਸੈਪਟ ਕੀ ਹੈ ਸੈੱਲ ਦਾ। ਪਹਿਲਾਂ ਕੀ ਹੁੰਦੇ ਸੀਗੇ, ਜੀਵ ਹੁੰਦੇ ਸੀ, ਜਿਵੇਂ ਆਪਾਂ ਵੀ ਕਹਿ ਲਓ, ਜਿਹੜੇ ਆਪਣੇ ਕਹਿੰਦੇ ਸੀ ਨਾ ਕਿ ਬਾਂਦਰ, ਜਿਹੜੇ ਆਪਣੇ ਬਾਂਦਰਾਂ ਤੋਂ ਫਿਰ ਹੌਲੀ ਇਵੋਲਵ ਹੁੰਦੇ ਐਂਡ ਤੇ ਆਪਣੇ ਇਨਸਾਨ ਬਣ ਗਏ। ਤਾਂ ਉਵੇਂ ਜਿਵੇਂ ਹੁਣ ਅੱਜ ਤੋਂ ਪਹਿਲਾਂ ਤੁਸੀਂ 100-200 ਸਾਲ ਪਹਿਲਾਂ ਦੇਖੋ, 500 ਸਾਲ ਪਹਿਲਾਂ ਵੇਖੋ, ਤਾਂ ਜਿਹੜੇ ਸਾਰਿਆਂ ਦੇ ਕੱਦ ਕਾਠੀਆਂ ਹੁੰਦੀਆਂ ਸੀ 7-7 ਫੁੱਟ ਦੇ, 7.5 ਫੁੱਟ ਦੇ ਹੁੰਦੇ ਸੀਗੇ। ਫਿਰ ਉਹਨਾਂ ਨੂੰ ਹੌਲੀ ਉਹਨਾਂ ਨੂੰ ਦੇਖ ਲਓ, ਆਪਣੇ ਵਾਲੇ ਨੋਰਮਲ ਸਾਰੇ ਹੁੰਦੇ ਆ 5-8, 5-10, 5-11, 6, ਇੱਥੇ ਹੀ ਰੁਕ ਗਿਆ ਸਾਰਾ ਕੁਝ। ਉਹ ਰੀਜ਼ਨ ਕੀ ਹੈ, ਇਹ ਸਾਰੀਆਂ ਚੀਜ਼ਾਂ ਇਨਵਾਇਰਨਮੈਂਟ ਦੇ ਨਾਲ ਸੈੱਲ ਹੈ ਜਿਹੜੇ ਉਹਨਾਂ ਵਿੱਚ ਚੇਂਜਸ ਆ ਰਹੇ ਆ, ਉਹਨਾਂ ਨੂੰ ਤੁਸੀਂ ਕਹਿ ਲਓ ਡਿਵੈਲਪ ਹੋ ਰਹੇ ਆ, ਤੇ ਕਿਸੇ ਵੀ ਚੀਜ਼ ਨਾਲ ਲੈ ਸਕਦੇ ਆ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਨਾ ਕੀ ਹੈ। ਆਪਾਂ ਪੜ੍ਹਾਂਗੇ ਬੇਸਿਕ ਸੈੱਲ ਤੋਂ ਲੈ ਕੇ ਜਿਹੜੇ ਹੁਣ ਤੱਕ ਆਪਣੇ ਚੱਲੀ ਜਾਂਦੇ, ਜਿਹੜੇ ਆਪਣੇ ਵਿੱਚ ਹੈਗੇ ਆ। ਹੁਣ ਦੇਖੋ ਇਹਦੇ ਵਿੱਚ ਆਣਗੇ 5 ਕਿੰਗਡਮ, ਇਹਨਾਂ ਨੂੰ 5 ਕਿੰਗਡਮ ਦੇ ਵਿੱਚ ਰੱਖਾਂਗੇ, ਠੀਕ ਹੈ। ਕੀ ਹੈ 5 ਕਿੰਗਡਮ ਦੇ ਵਿੱਚ ਰੱਖਾਂਗੇ। ਨਾਮ ਜ਼ਰੂਰ ਹੋਣਗੇ ਕਿ ਹਾਂ ਇਹ ਅਜੀਬ ਜਿਹੇ ਨਾਮ ਹੈ, ਪਰ ਬਹੁਤ ਵਧੀਆ ਸੌਖਾ ਕੰਸੈਪਟ ਹੈ, ਜਮਾਂ ਵੀ ਔਖਾ ਨਹੀਂ ਕਰਾਊਂਗਾ ਤੁਹਾਨੂੰ ਮੈਂ। ਨੰਬਰ 1 ਤੇ ਆਪਣੇ ਕੋਲ ਹੋਗਾ ਮੋਨੇਰਾ। ਇਹਨਾਂ ਨੂੰ ਨਾਲ ਜੋੜਦਾ ਰਹੂੰਗਾ ਮੈਂ। ਜੇ ਔਖਾ ਲੱਗੇ ਨਾ ਯਾਦ ਕਰਨਾ ਕਿ ਇਹ ਨਾਮ ਕਿਵੇਂ ਯਾਦ ਕਰਨੇ ਆ, ਇਹਨਾਂ ਦੇ ਪਹਿਲੇ ਵਾਲੇ ਵਰਡ ਯਾਦ ਰੱਖ ਲਿਓ, ਸੀਕੁਐਂਸ ਵਾਈਜ਼ ਯਾਦ ਰਹਿਣਗੇ ਤੁਹਾਨੂੰ। ਤੀਸਰਾ ਹੈਗਾ ਪ੍ਰੋਟਿਸਟਾ, ਦੂਸਰਾ, ਠੀਕ ਹੈ, ਪ੍ਰੋਟਿਸਟਾ ਲਿਖ ਦੇਣਾ ਮੈਂ, ਧਿਆਨ ਨਾਲ ਪੜ੍ਹ ਲਿਓ। ਤੀਸਰਾ ਹੈਗਾ ਫੰਗੀ ਜਾਂ ਫੰਗਾਈ ਵੀ ਕਹਿ ਦਿੰਦੇ ਆ ਇਹਨੂੰ। ਨੈਕਸਟ 4 ਨੰਬਰ ਤੇ ਹੈਗਾ ਆਪਣਾ ਪਲਾਂਟੇ। ਤੇ ਉਸ ਤੋਂ ਬਾਅਦ ਆਪਣੇ ਕੋਲ ਕੀ ਹੈਗਾ ਲਾਸਟ ਵਾਲਾ 5 ਐਨੀਮੇਲੀਆ, ਠੀਕ ਹੈ। ਹੁਣ ਦੇਖੋ ਹੁਣ ਇਹਦੇ ਵਿੱਚ ਕੀ ਹੈ, ਹੁਣ MP, FP ਤੇ A ਆ ਯਾਦ ਕਰਨਾ ਤੁਸੀਂ। MP, FP ਤੇ A ਆ 5 ਵਰਡ ਯਾਦ ਕਰਨੇ ਆ ਜਿਹੜੇ, ਬਸ ਹੋਰ ਕੁਝ ਵੀ ਨਹੀਂ ਪੜ੍ਹਨਾ ਇਹਦੇ ਵਿੱਚ, ਠੀਕ ਹੈ। MP, FP ਤੇ A। ਹੁਣ ਸਾਰੇ ਜਣੇ ਜਿੰਨੇ ਵੀ ਜਣੇ ਆ, ਜੇ ਤੁਸੀਂ ਪ੍ਰੀਮੀਅਰ ਦੇਖੀ ਜਾਂਦੇ ਨਾ, ਹੁਣੇ ਕਮੈਂਟ ਕਰਕੇ ਲਿਖੋ ਆਹੀ ਵਰਡ ਤੁਹਾਨੂੰ, ਤਾਂ ਕਿ ਤੁਹਾਡੇ ਦਿਮਾਗ 'ਚ ਬਹਿ ਜੇ। M ਤੋਂ ਬਾਅਦ P, F ਤੋਂ ਬਾਅਦ P, ਫਿਰ A, ਠੀਕ ਹੈ। ਹੋਰ ਆਪਾਂ ਤਰੀਕਾ ਲੱਭਣਾ ਕੋਈ, ਜੇ ਲੱਗਦਾ ਹੋਇਆ ਤਾਂ ਔਖਾ। ਤਾਂ ਹੁਣ ਦੇਖੋ ਇਹ ਯਾਦ ਹੋ ਗਿਆ ਨਾ ਕਿ ਮੋਨੇਰਾ, P ਤੋਂ ਪ੍ਰੋਟਿਸਟਾ, ਤੇ F ਤੋਂ ਫੰਗੀ, P ਤੋਂ ਪਲਾਂਟੇ, ਤੇ A ਤੋਂ ਐਨੀਮੀਲੀਆ। ਪਲਾਂਟੇ ਦਾ ਹੋ ਗਿਆ ਆਪਣਾ ਪਲਾਂਟ ਤੋਂ, ਤੇ ਐਨੀਮੀਲੀਆ ਹੋ ਗਿਆ ਐਨੀਮਲ ਤੋਂ। ਐਨੀਮਲ ਦੇ ਵਿੱਚ ਆਪਾਂ ਵੀ ਐਡ ਹੋ ਜਾਵਾਂਗੇ, ਠੀਕ ਹੈ। ਆ ਫੰਗੀ ਹੋ ਗਿਆ, ਆ ਮੋਨੇਰਾ ਪ੍ਰੋਟਿਸਟਾ ਯਾਦ ਕਰਨਾ ਬਸ ਤੁਸੀਂ। ਦੁਬਾਰਾ ਫਿਰ ਮੈਂ ਰਿਪੀਟ ਕਰਦਾ, ਚੰਗੀ ਤਰ੍ਹਾਂ ਯਾਦ ਹੋ ਜਾਊਗਾ ਤੁਹਾਨੂੰ। ਮੋਨੇਰਾ, ਪ੍ਰੋਟਿਸਟਾ, ਫੰਗੀ, ਤੇ ਆਪਣੇ ਕੋਲ ਪਲਾਂਟੇ ਤੇ ਐਨੀਮੇਲੀਆ, 5 ਯਾਦ ਹੋ ਗਏ ਨਾ। ਹੁਣ ਚੱਲਦੇ ਆਪਾਂ ਅੱਗੇ 1 ਬਾਏ 1
ਬਾਅਦ ਚੋਂ ਗੱਲ ਕਰਾਂਗੇ। ਪਹਿਲਾਂ ਚੀਜ਼ ਨੂੰ ਸਮਝੋ ਕਿ ਐਡ ਕਿੱਥੇ ਹੋਣਗੇ ਜਾ ਕੇ। ਇੱਕ ਹੁੰਦਾ ਯੂਨੀਸੈਲੂਲਰ, ਯੂਨੀਸੈਲੂਲਰ ਮਤਲਬ ਹੈਗਾ ਸਿੰਗਲ ਸੈੱਲ, ਠੀਕ ਹੈ। ਤੇ ਇੱਕ ਹੁੰਦਾ ਆਪਣੇ ਕੋਲੇ ਮਲਟੀ ਮੈਨੇ ਜ਼ਿਆਦਾ, ਮਲਟੀ ਸੈਲੂਲਰ। ਜਿਹੜੇ ਬੱਚਿਆਂ ਨੇ ਤਾਂ ਲਾਸਟ ਲੈਕਚਰ ਮੇਰੇ ਲਾਏ ਆ ਤਾਂ ਉਹਦੇ ਵਿੱਚ ਕੀ ਹੈ, ਮੈਂ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੱਸੀਆਂ ਹੋਈਆਂ, ਉਹੀ ਨਾਲ ਜੁੜਨਗੀਆਂ। ਹੁਣ ਸਭ ਤੋਂ ਪੁਰਾਣਾ ਜੇ ਤੁਹਾਨੂੰ ਪੁੱਛਿਆ, ਜੇ ਸਭ ਤੋਂ ਪੁਰਾਣਾ ਤੁਹਾਨੂੰ ਫੋਨ ਪੁੱਛਿਆ ਜਾਵੇ ਤਾਂ ਤੁਸੀਂ ਜਿਹੜਾ ਵੀ ਆਪਦੇ ਮਤਲਬ ਸੂਹ 'ਚ ਚਲਾਇਆ ਹੋਣਾ ਤੁਸੀਂ ਕਹੋਗੇ ਨੋਕੀਆ 1100, ਠੀਕ ਹੈ। ਬਲੈਕ ਐਂਡ ਵਾਈਟ ਸਕਰੀਨ, ਉਸ ਤੋਂ ਬਾਅਦ ਜਿਹੜੀ ਲਾਈਟ ਜੇ ਕਲਰ ਦੀ ਸਕਰੀਨ ਸੀ ਉਹਦੀ, ਠੀਕ ਹੈ। ਕੀਪੈਡ ਸੀਗਾ, ਨਿੱਕਾ ਜਿਹਾ ਫੋਨ ਸੀਗਾ, ਮੋਟਾ ਸਾਰਾ ਸੀਗਾ, ਨਾ ਕੋਈ ਕੈਮਰਾ ਨਾ ਕੁਛ ਵੀ ਨਹੀਂ ਸੀ। ਇਹ ਸਭ ਤੋਂ ਪੁਰਾਣਾ ਮੰਨ ਕੇ ਚੱਲਾਂਗੇ ਆਪਾਂ। ਤਾਂ ਉਵੇਂ ਜੇ ਤੁਹਾਨੂੰ ਸੈੱਲ ਦੇ ਵਿੱਚ ਪੁੱਛਿਆ ਜਾਵੇ, ਠੀਕ ਹੈ, ਕਿ ਕਿਹੜਾ ਸੀਗਾ ਆਪਣੇ ਕੋਲੇ, ਤਾਂ ਉਹ ਆਪਣੇ ਕੋਲ ਆਊਗਾ ਪ੍ਰੋਕੈਰੀਓਟਿਕ। ਧਿਆਨ ਨਾਲ ਦੇਖ ਲਿਓ, ਉਹ ਆਪਣੇ ਕੋਲ ਕੀ ਆਊਗਾ, ਪ੍ਰੋਕੈਰੀਓਟਿਕ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਪ੍ਰੋਕੈਰੀਓਟਿਕ ਦੇ ਵਿੱਚ ਕੀ ਸੀਗਾ ਕਿ ਇੱਕੋ ਸੈੱਲ ਹੈ, ਉਹਦਾ ਹੀ ਜੀਵ ਬਣਿਆ ਜਿਵੇਂ ਬੈਕਟੀਰੀਆ, ਠੀਕ ਹੈ। ਐਗਜ਼ਾਮਪਲਾਂ ਤੁਹਾਨੂੰ ਜ਼ਿਆਦਾ ਨਹੀਂ ਦਊਂਗਾ ਮੈਂ, ਐਗਜ਼ਾਮਪਲਾਂ ਆਪਾਂ ਜਮਾਂ ਕਹਿ ਲਓ ਕਿ MCQ ਦੇ ਵਿੱਚ ਹੀ ਕਰ ਲਾਂਗੇ ਤਾਂ ਹੁਣ ਇਹਦੇ 'ਚ ਉਲਝੇ ਹੋਗੇ ਤੁਸੀਂ। ਪ੍ਰੋਕੈਰੀਓਟਿਕ ਮਤਲਬ ਸਿੰਗਲ ਸੈੱਲ ਦਾ ਕੋਈ ਵੀ ਜੀਵ ਬਣਿਆ ਜਿਹਦੇ ਇੱਕ ਸੈੱਲ ਨਾਲ ਹੀ ਸਾਰੇ ਕੰਮ ਹੋ ਜਾਂਦੇ, ਖਾਈ ਵੀ ਜਾਂਦਾ, ਪੀ ਵੀ ਜਾਂਦਾ, ਬਾਹਰ ਵੀ ਕੱਢੀ ਜਾਂਦਾ, ਠੀਕ ਹੈ। ਉਹਦੇ 'ਚੋਂ ਹੀ ਹੋਰ ਬਣੀ ਜਾਂਦੇ ਆ, ਉਹ ਹੁੰਦੇ ਪ੍ਰੋਕੈਰੀਓਟਿਕ, ਇੱਕੋ ਹੀ ਸੈੱਲ। ਪਰ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਸੀਗੀਆਂ, ਜਿਵੇਂ ਇਹਦਾ ਵਿੱਚ ਨਿਊਕਲੀਅਸ ਹੁੰਦਾ ਨਾ, ਸੈਂਟਰ ਪੁਆਇੰਟ ਆਪਣਾ ਸੈੱਲ ਦਾ, ਠੀਕ ਹੈ, ਜਿਵੇਂ ਦਿਮਾਗ ਕਹਿ ਦਿੰਦੇ ਆ ਜਿਹਨੂੰ, ਜਿਹੜਾ ਸਾਰਾ ਕੰਮ ਕਰਦਾ, ਉਹ ਇਹਦੇ ਵਿੱਚ ਵੈਲ ਡਿਫਾਈਨ ਨਹੀਂ ਹੈਗਾ ਸੀ। ਮਤਲਬ ਕੀ ਆ, ਉਹਦਾ ਇਹ ਨਹੀਂ ਪਤਾ ਸੀਗਾ ਹੈਗਾ ਵੀ ਹੈ ਨਹੀਂ ਵੀ ਹੈਗਾ, ਇਹ ਚੀਜ਼ਾਂ ਨਹੀਂ ਹੈ ਧਿਆਨ 'ਚ ਹੈਗੀਆਂ। ਤਾਂ ਇਹ ਕੀ ਪ੍ਰੋਕੈਰੀਓਟਿਕ। ਇਹਦੇ 'ਚ ਕਿਹੜੇ ਆਉਣਗੇ, ਇਹਦੇ 'ਚ ਆਉਣਗੇ ਨੰਬਰ 1 ਤੇ ਕੀ ਪੜ੍ਹਾਇਆ ਸੀ ਤੁਹਾਨੂੰ ਮੈਂ, ਮੋਨੇਰਾ। ਜੁੜਨ ਲੱਗ ਗਏ ਨਾ ਹੁਣ। ਪ੍ਰੋਕੈਰੀਓਟਿਕ ਦੇ ਵਿੱਚ ਕੀ ਆ ਜਾਣਗੇ, ਮੋਨੇਰਾ। ਫਿਰ ਪ੍ਰੋਕੈਰੀਓਟਿਕ ਤੋਂ ਬਾਅਦ ਥੋੜਾ ਜਿਹਾ ਡਿਵੈਲਪਮੈਂਟ ਹੋਈ ਇਹਨਾਂ ਦੀ, ਹੈ ਸਿੰਗਲ ਸੈੱਲ ਦੀ ਹੀ ਡਿਵੈਲਪਮੈਂਟ ਹੋ ਕੇ ਉਹ ਆਪਣਾ ਬਣਿਆ ਯੂਕੈਰੀਓਟਿਕ, ਠੀਕ ਹੈ। ਉਹਦਾ ਕੀ ਬਣ ਗਿਆ, ਯੂਕੈਰੀਓਟਿਕ। ਇਹ ਸਿੰਗਲ ਸੈੱਲ ਤੋਂ ਹੀ ਇਨਵੋਲਵ ਹੋ ਗਏ, ਹੈ ਹੀ ਸਿੰਗਲ ਸੈੱਲ ਹੀ। ਵੈਸੇ ਯੂਕੈਰੀਓਟਿਕ ਤੁਸੀਂ ਪੜ੍ਹਿਆ ਹੋਣਾ ਬਹੁਤ ਸਾਰੇ, ਜਿਹੜੇ ਲਾਸਟ ਚੈਪਟਰ ਇਹਨਾਂ ਦੇ ਸਟਾਰਟਿੰਗ ਆ ਬਾਇਓਲੋਜੀ ਦੀ, ਕਿ ਪ੍ਰੋਕੈਰੀਓਟਿਕ ਜਮਾ ਬੇਸਿਕਲ ਹੈ, ਯੂ ਤੇ ਆ ਗਿਆ ਆਪਣਾ ਹਾਰਡ ਲੈਵਲ ਵਾਲਾ ਜਾਂ ਐਡਵਾਂਸ ਲੈਵਲ ਵਾਲਾ। ਪਰ ਇਹਦੇ ਵਿੱਚ ਐ ਨਹੀਂ, ਇਹਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਸਿੰਗਲ ਸੈੱਲ ਦੀ। ਉਹ ਸਭ ਤੋਂ ਪਹਿਲਾਂ ਪੁਰਾਣਾ, ਜਿਹੜਾ ਜਮਾ ਹੀ ਪੁਰਾਣਾ ਕਹਿ ਲਓ, ਉਹ ਬਣਿਆ ਸੀ ਪ੍ਰੋਕੈਰੀਓਟਿਕ ਮੋਨੇਰਾ। ਯੂਕੈਰੀਓਟਿਕ ਆ ਗਿਆ, ਹੈ ਸਿੰਗਲ ਹੀ, ਪਰ ਇਹਦੇ ਵਿੱਚ ਥੋੜਾ ਜਿਹਾ ਕਹਿ ਲਓ ਇਨਵੋਲਵਮੈਂਟ ਜਾਂ ਡਿਵੈਲਪਮੈਂਟ ਵਧੀਆ ਤਰੀਕੇ ਨਾਲ ਹੋ ਗਈ, ਤਾਂ ਉਹ ਕਾਹਦੇ 'ਚ ਆ ਗਿਆ ਹੁਣ ਆਪਣੇ ਕੋਲੇ, ਯੂਕੈਰੀਓਟਿਕ। ਪਰ ਹੈ ਕੀ ਹੈ, ਸਿੰਗਲ ਸੈੱਲ ਹੀ ਹੈ। ਇੰਨਾ ਕਲੀਅਰ ਹੋ ਗਿਆ ਹੁਣ ਆਪਣੇ ਕੋਲੇ। ਹੁਣ ਇਹਦੇ ਵਿੱਚ ਕੀ ਡਿਫਰੈਂਸ ਆ ਗਿਆ ਹੋਣਾ, ਇਹਦੇ ਵਿੱਚ ਡਿਫਰੈਂਸ ਆ ਗਿਆ ਹੋਣਾ ਕਿ ਮੰਨ ਕੇ ਚੱਲੋ ਇਹਦੇ ਵਿੱਚ ਇਹ ਤੁਰ ਫਿਰ ਸਕਦਾ ਸੀ, ਬਸ ਇਹ ਲਾ ਲਓ ਕਿ ਲੋਕੋਮੋਸ਼ਨ ਕਰਦਾ ਸੀਗਾ, ਉਹ ਅੱਗੇ ਕਰਾਉਣਾ ਤੁਹਾਨੂੰ ਮੈਂ, ਬਸ ਇੰਨਾ ਯਾਦ ਰੱਖ ਲਓ ਕਿ ਇਹਦੇ ਵਿੱਚ ਡਿਵੈਲਪਮੈਂਟ ਹੋ ਗਈ ਹੈ। ਮੰਨ ਕੇ ਚੱਲੋ ਇਹ ਤੁਰ ਫਿਰ ਵਧੀਆ ਢੰਗ ਨਾਲ ਨਹੀਂ ਸਕਦਾ ਸੀਗਾ, ਇਹ ਤੁਰ ਫਿਰ ਸਕਦਾ ਸੀ। ਇਹਦੇ 'ਚ ਥੋੜ੍ਹਾ ਬਹੁਤਾਂ ਚੀਜ਼ਾਂ ਸੋਹਣੀਆਂ ਹੋ ਗਈਆਂ ਬਸ। ਤਾਂ ਇਹਨੂੰ ਆਪਾਂ ਕੀ ਕਵਾਂਗੇ, ਮੋਨੇਰਾ ਤੋਂ ਬਾਅਦ ਕੀ ਪੜ੍ਹਾਇਆ ਸੀ ਤੁਹਾਨੂੰ ਮੈਂ, ਉਹ ਪੜ੍ਹਾਇਆ ਸੀਗਾ ਪ੍ਰੋਟਿਸਟਾ। ਹੁਣ ਤੁਹਾਡੇ ਤੋਂ ਅੱਗੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਕੋਈ ਪੁੱਛਿਆ ਜਾਵੇ ਕਿ ਪ੍ਰੋਕੈਰੀਓਟਿਕ ਮੋਨੇਰਾ ਕੀ ਹੈ, ਮੋਨੇਰਾ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਕਹਿ ਦੋਗੇ ਜੀ ਸਿੰਗਲ ਸੈੱਲ ਹੈ, ਠੀਕ ਹੈ। ਇਹਦੇ ਵਿੱਚ ਵੈਲ ਡਿਫਾਈਨ ਨਿਊਕਲੀਅਸ ਨਹੀਂ ਹੈਗਾ। ਯੂਕੈਰੀਓਟਿਕ ਦੇ ਵਿੱਚ ਕੀ ਕਹਿ ਦੋਗੇ, ਇਹ ਵੀ ਸਿੰਗਲ ਸੈੱਲ ਹੈ, ਪਰ ਇਹ ਐਡਵਾਂਸ ਵਰਜਨ ਹੈ ਪ੍ਰੋਕੈਰੀਓਟਿਕ ਦਾ। ਮੋਨੇਰਾ ਦਾ ਐਡਵਾਂਸ ਵਰਜਨ ਜੇ ਪੁੱਛਿਆ ਜਾਵੇ ਤਾਂ ਉਹ ਪ੍ਰੋਟਿਸਟਾ। ਇੰਨਾ ਕਲੀਅਰ ਹੋ ਗਿਆ, ਇਹ ਦੋਨੋਂ ਚੀਜ਼ਾਂ ਕਲੀਅਰ ਹੋ ਗਿਆ, ਵੈਰੀ ਗੁੱਡ। ਹੁਣ ਚੱਲਦੇ ਆਪਾਂ ਮਲਟੀ 'ਚ। ਹੁਣ ਬਸ ਪ੍ਰੋਕੈਰੀਓਟਿਕ ਤਾਂ ਸਿਰਫ ਇੱਕ ਹੀ ਸੀਗਾ, ਮੋਨੇਰਾ ਹੀ, ਬਾਕੀ ਸਾਰੇ ਯੂਕੈਰੀਓਟਿਕ ਹੈ, ਬਸ ਇਹ ਰੱਟਾ ਲਾ ਲਓ। ਪ੍ਰੋਕੈਰੀਓਟਿਕ ਜਿਹੜਾ ਇੱਕ ਹੀ ਸੀਗਾ, ਬਾਕੀ ਸਾਰੇ ਕੀ ਹੈ, ਯੂਕੈਰੀਓਟਿਕ। ਦੁਬਾਰਾ ਫਿਰ ਰਿਪੀਟ ਕਰਾ ਦਿੰਦਾ, ਮੋਨੇਰਾ, ਪ੍ਰੋਟਿਸਟਾ, ਫੰਗੀ, ਪਲਾਂਟੇ ਤੇ ਐਨੀਮੇਲੀਆ। ਮੈਂ ਵਾਰ-ਵਾਰ ਕਹਿ ਰਿਹਾ, ਲਾਸਟ ਤੱਕ ਦੇਖੋਗੇ ਤਾਂ ਮੈਂ ਇਹ ਇੱਕ ਵੀ ਪੁਆਇੰਟ ਨਹੀਂ ਮਿਸ ਹੋਣ ਦਊਂਗਾ। ਨੈਕਸਟ ਚੱਲਦੇ ਹਾਂ ਮਲਟੀ ਸੈਲੂਲਰ, ਜਿਹਦੇ ਵਿੱਚ ਜ਼ਿਆਦਾ ਸੈੱਲ, ਮੈਨੀ ਸੈੱਲ, ਠੀਕ ਹੈ, ਜਿਹਦੇ ਵਿੱਚ ਹੋ ਗਏ ਜ਼ਿਆਦਾ ਸੈੱਲਾਂ ਦਾ ਬਣਿਆ ਹੋਇਆ ਜਿਹੜਾ। ਹੁਣ ਸਭ ਤੋਂ ਪਹਿਲਾਂ ਪ੍ਰੋਕੈਰੀਓਟਿਕ ਤਾਂ ਹੈਗਾ ਹੀ ਹੈਗਾ, ਠੀਕ ਹੈ, ਤੇ ਯੂਕੈਰੀਓਟਿਕ ਤਾਂ ਦੋਨੋਂ ਹੀ ਹੈ, ਮਤਲਬ ਸਾਰੇ ਯੂਕੈਰੀਓਟਿਕ ਹੈ। ਹੁਣ ਇਹਦੇ ਵਿੱਚ ਇੱਕ ਹੀ ਚੀਜ਼ ਦਾ ਡਿਫਰੈਂਸ ਆਊਗਾ, ਇਹਦੇ ਵਿੱਚ ਆਊਗਾ ਵਿਦ ਸੈੱਲ ਵੋਲ, ਠੀਕ ਹੈ, ਤੇ ਵਿਦਾਊਟ ਸੈੱਲ ਵੋਲ। ਇਹਨਾਂ ਕਲੀਅਰ ਹੈ, ਵਿਦ ਸੈੱਲ ਵੋਲ ਤੇ ਵਿਦਾਊਟ ਸੈੱਲ ਵੋਲ। ਹੁਣ ਚੱਲਦੇ ਹਾਂ ਅੱਗੇ। ਹੁਣ ਮੈਂ ਤੁਹਾਨੂੰ ਪਹਿਲਾਂ ਪੜ੍ਹਾਇਆ ਸੀਗਾ ਪਲਾਂਟ ਦੇ ਵਿੱਚ ਵੀ ਤੇ ਐਨੀਮਲ, ਜਦੋਂ ਆਪਾਂ ਸੈੱਲ ਵਾਲਾ ਕੀਤਾ ਸੀਗਾ, ਟਿਸ਼ੂ ਵਾਲਾ ਕੀਤਾ ਸੀ ਨਾ, ਉਹਦੇ ਵਿੱਚ ਦੱਸਿਆ ਸੀਗਾ ਕਿ ਸੈੱਲ ਵੋਲ ਕਿਹਦੇ ਵਿੱਚ ਹੁੰਦੀ ਹੈ, ਸੈੱਲ ਵੋਲ ਹੁੰਦੀ ਹੈ ਪਲਾਂਟ ਦੇ ਵਿੱਚ, ਠੀਕ ਹੈ, ਤੇ ਕਿਹਦੇ ਵਿੱਚ ਨਹੀਂ ਹੁੰਦੀ, ਐਨੀਮਲ ਸੈੱਲ ਦੇ ਵਿੱਚ ਨਹੀਂ ਹੁੰਦੀ।
ਐਨੀਮਲ ਵਾਲੇ ਸੈੱਲ ਦੇ ਵਿੱਚ ਨਹੀਂ ਹੁੰਦੀ। ਇੰਨਾ ਪੜਾਇਆ ਸੀ ਨਾ ਤੁਹਾਨੂੰ, ਬਸ ਉਹੀ ਕੰਸੈਪਟ ਹੈ, ਸੇਮ ਟੂ ਸੇਮ। ਕਲੀਅਰ ਹੈ। ਹੁਣ ਦੇਖੋ, ਹੁਣ ਜਿਹੜਾ ਵਿਦ ਸੈੱਲ ਵੋਲ ਗੱਲ ਕਰੀਏ, ਉਹਦੇ 'ਚ ਆਪਣੇ ਕੋਲ ਕੀ ਆ ਜਾਊਗਾ, ਉਹਦੇ ਵਿੱਚ ਆ ਜਾਊਗਾ ਆਪਣੇ ਕੋਲੇ ਫੰਗੀ ਜਾਂ ਫੰਗਾਈ ਜਿਹਨੂੰ ਕਹਿ ਦਿੰਦੇ ਆਪਾਂ, ਤੇ ਇੱਕ ਆ ਗਿਆ ਪਲਾਂਟੇ। ਪਲਾਂਟ ਦੇ ਵਿੱਚ ਤਾਂ ਹੁੰਦੀ ਹੈ। ਹੁਣ ਤੁਸੀਂ ਇਹ ਸੋਚੋਗੇ ਕਿ ਸਰ ਇਹ ਵਿਦ ਸੈੱਲ ਵੋਲ ਹੈ ਤਾਂ ਇਹਨਾਂ ਵਿੱਚ ਡਿਫਰੈਂਸ ਕੀ ਹੈ, ਫਿਰ ਫੰਗੀ ਦੇ ਵਿੱਚ ਕੀ ਡਿਫਰੈਂਸ ਹੈ ਤੇ ਪਲਾਂਟੇ ਦੇ ਵਿੱਚ ਕੀ ਡਿਫਰੈਂਸ ਹੈ। ਜਮਾਂ ਸਿੰਪਲ ਤੇ ਸੌਖੇ ਸ਼ਬਦਾਂ ਦੇ ਵਿੱਚ ਜੇ ਪੁੱਛਿਆ ਜਾਵੇ ਤਾਂ ਇਹ ਕੀ ਕਰਦੇ ਆ ਆਪਣੇ ਕੋਲੇ, ਫੋਟੋਸਿੰਥੈਸਿਸ। ਪੂਰਾ ਨਹੀਂ ਲਿਖਦਾ ਮੈਂ, ਬਸ ਇੰਨਾ ਯਾਦ, ਪ੍ਰਕਾਸ਼ ਸੰਸਲੇਸ਼ਨ ਜਿਹਨੂੰ ਕਹਿ ਦਿੰਦੇ ਆ। ਪਲਾਂਟ ਹੈ ਜਿਹੜੇ ਪ੍ਰਕਾਸ਼ ਸੰਸਲੇਸ਼ਨ ਕਰਦੇ ਆ, ਫੰਗੀ ਹੈ ਜਿਹੜੇ ਉਹ ਨਹੀਂ ਕਰਦੇ। ਠੀਕ ਹੈ, ਉਹ ਕੀ ਹੈ, ਪ੍ਰਕਾਸ਼ ਸੰਸਲੇਸ਼ਨ ਨਹੀਂ ਕਰ ਸਕਦੇ। ਹੁਣ ਬਸ ਇਹੀ ਡਿਫਰੈਂਸ ਹੈ, ਫੰਗੀ ਦੇ ਵਿੱਚ ਵੀ ਸੈੱਲ ਵੋਲ ਹੁੰਦੀ ਹੈ ਤੇ ਪਲਾਂਟੇ ਦੇ ਵਿੱਚ ਵੀ ਸੈੱਲ ਵੋਲ ਹੁੰਦੀ ਹੈ। ਬਸ ਡਿਫਰੈਂਸ ਇਹ ਹੈ ਕਿ ਜਿਹੜੇ ਪਲਾਂਟ ਹੈ, ਪਲਾਂਟੇ ਹੈ ਜਿਹੜਾ ਫੋਟੋਸਿੰਥੈਸਿਸ ਕਰਦਾ ਤੇ ਫੰਗੀ ਹੈ ਜਿਹੜਾ ਨਹੀਂ ਕਰਦਾ। ਜਿਹੜਾ ਫੰਗੀ ਹੈ ਉਹ ਕਿਸੇ ਦੂਸਰੇ ਤੇ ਨਿਰਭਰ ਕਰਦਾ। ਠੀਕ ਹੈ, ਜਿਵੇਂ ਮਸ਼ਰੂਮ, ਬਸ ਇੱਕ ਸੌਖਾ ਤਰੀਕਾ ਲੈ ਲੈਣੇ। ਮਸ਼ਰੂਮ ਜਿਵੇਂ ਕਿਸੇ ਡੈਡ ਚੀਜ਼ ਤੋਂ ਆਪਦਾ ਭੋਜਨ ਪ੍ਰਾਪਤ ਕਰਦਾ ਤੇ ਉਹ ਸਹੀ ਰਹਿੰਦਾ ਬਸ। ਠੀਕ ਹੈ, ਇਹ ਆਪਣਾ ਨਹੀਂ। ਹੁਣ ਜਿਵੇਂ ਪਲਾਂਟ ਹੈ, ਪਲਾਂਟ ਕੋਈ ਵੀ ਲੈ ਲਓ, ਕੀ ਕਰਦੇ ਆ, ਪ੍ਰਕਾਸ਼ ਸੰਸਲੇਸ਼ਨ, ਕਿ ਸੂਰਜ ਦੀ ਰੋਸ਼ਨੀ ਸਾਰੀਆਂ ਗੈਸ ਜਿਹੜੀ ਇਕੱਠੀ ਕਰ ਲੈਂਦੇ ਆ, ਫਿਰ ਉਹਦੇ ਤੋਂ ਕੀ ਭੋਜਨ ਤਿਆਰ ਕਰਦੇ ਆ। ਇੰਨਾ ਕਲੀਅਰ ਹੋ ਗਿਆ। ਹੁਣ ਆ ਗਏ ਵਿਦਆਊਟ ਸੈੱਲ ਵੋਲ। ਇਹਦੇ 'ਚ ਤੁਹਾਨੂੰ ਮੋਨੇਰਾ ਕਰਾਤਾ, ਪ੍ਰੋਟਿਸਟਾ ਕਰਾਤਾ, ਫੰਗੀ ਕਰਾਤਾ, ਪਲਾਂਟੇ ਕਰਾਤਾ, ਤਾਂ ਵਿਦਆਊਟ ਸੈੱਲ ਵੋਲ ਆਪਾਂ ਰਹਿ ਗਏ, ਉਹ ਆ ਗਿਆ ਐਨੀਮੇਲੀਆ। ਠੀਕ ਹੈ, ਹੁਣ ਜਿਹੜਾ ਐਨੀਮੇਲੀਆ ਇਹ ਕਰਾਂਗੇ ਆਪਾਂ ਨੈਕਸਟ ਲੈਕਚਰ ਦੇ ਵਿੱਚ, ਇਹ ਸਾਰਾ ਡਿਟੇਲ ਦੇ ਵਿੱਚ। ਹੁਣ ਅੱਜ ਪੜ੍ਹਨਾ ਆਪਾਂ ਇਹਨਾਂ ਚਾਰਾਂ ਬਾਰੇ ਡਿਟੇਲ ਦੇ ਨਾਲ। ਪਹਿਲਾਂ ਕਲੀਅਰ ਹੋ ਗਿਆ ਸਾਰਾ। ਹੁਣ ਨਿੱਕੀ ਨਿੱਕੀ ਚੀਜ਼ ਮੈਂ ਬੜੇ ਕੋਸ਼ਿਸ਼ ਕੀਤੀ ਹੈ ਕਿ ਆਰਾਮ ਨਾਲ ਸਮਝਾਵਾਂ ਤੁਹਾਨੂੰ। ਆਈ ਥਿੰਕ ਤਾਂ ਬੱਚਿਆਂ ਵਾਂਗੂ ਸਮਝਾਈਏ ਤਾਂ ਪਤਾ ਲੱਗ ਹੀ ਗਿਆ ਹੋਣਾ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਵਰਕ ਕਰਦੀਆਂ। ਸਵਾਰਾ ਫਿਰ ਸੁਣ ਲਓ, ਮੋਨੇਰਾ, ਪ੍ਰੋਟਿਸਟਾ, ਫੰਗੀ, ਪਲਾਂਟੇ ਤੇ ਐਨੀਮੇਲੀਆ, 5 ਕਿੰਗਡਮ ਹੋ ਗਏ। ਜਿਹੜਾ ਮੋਨੇਰਾ ਸਿੰਗਲ ਸੈੱਲ, ਪ੍ਰੋਟਿਸਟਾ ਵੀ ਸਿੰਗਲ ਸੈੱਲ ਹੈ ਪਰ ਇਹ ਥੋੜਾ ਜਿਹਾ ਐਡਵਾਂਸ ਵਰਜਨ ਹੋ ਗਿਆ, ਯੂਕੈਰੀਓਟਿਕ ਹੋ ਗਿਆ। ਫੰਗੀ ਵੀ ਯੂਕੈਰੀਓਟਿਕ ਹੈ ਤਿੰਨੇ ਬਾਕੀ ਵੀ, ਪਰ ਫੰਗੀ ਦੇ ਵਿੱਚ ਕੀ ਹੈ, ਸੈੱਲ ਵੋਲ ਹੁੰਦੀ ਹੈ ਤੇ ਇਹ ਕੀ ਹੈ, ਫੋਟੋਸਿੰਥੈਸਿਸ ਨਹੀਂ ਕਰਦਾ। ਇਹਦੇ 'ਚ ਸੈੱਲ ਵੋਲ ਹੁੰਦੀ ਹੈ, ਫੋਟੋਸਿੰਥੈਸਿਸ ਕਰਦਾ, ਇਹਦੇ 'ਚ ਸੈੱਲ ਵੋਲ ਨਹੀਂ ਹੁੰਦੀ। ਇੰਨੀਆਂ ਚੀਜ਼ਾਂ ਕਲੀਅਰ ਹੋ ਗਈਆਂ। ਹੁਣ ਚੱਲਦੇ ਹਾਂ ਨੈਕਸਟ। ਹੁਣ ਇਹਨਾਂ ਬਾਰੇ ਥੋੜ੍ਹੇ ਜਿਹੜੇ 2-4 ਆਪਾਂ ਪੜ੍ਹ ਲਈਏ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਆ। ਹੁਣ ਆ ਜੋ ਸਭ ਤੋਂ ਪਹਿਲਾਂ ਆਪਾਂ ਕਿਹੜਾ ਕਿਤੇ, ਮੋਨੇਰਾ। ਠੀਕ ਹੈ, ਨੰਬਰ 1 ਤੇ ਇਹਦਾ ਪੁਆਇੰਟ ਕੀ ਬਣੂਗਾ, ਨੰਬਰ 1 ਤੇ ਇਹਦਾ ਬਣੂਗਾ ਆਪਣੇ ਕੋਲ ਡੂ ਨੋਟ ਹੈਵ ਵੈਲ ਡਿਫਾਈਨਡ ਨਿਊਕਲੀਅਸ। ਡੂ ਨੋਟ ਹੈਵ ਵੈਲ ਡਿਫਾਈਨਡ ਨਿਊਕਲੀਅਸ। ਮੈਂ ਵਾਰ-ਵਾਰ ਕਹਿ ਰਿਹਾ, ਹੁਣ ਜਿਹੜੇ ਬੱਚੇ ਸੋਚੀ ਜਾਂਦੇ ਹੋਣਗੇ ਸਰ ਪੰਜਾਬੀ 'ਚ ਨਹੀਂ ਲਿਖੀ ਜਾਂਦੇ, ਇਹ ਪੰਜਾਬੀ 'ਚ ਤੁਹਾਨੂੰ ਇਹਲਾ ਚੈਪਟਰ ਜਮਾਂ ਪਿਓਰ ਪੰਜਾਬੀ 'ਚ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਹੁਣ ਜਿਵੇਂ ਉੱਥੇ ਮੋਨੇਰਾ ਕਰਾਇਆ, ਉੱਥੇ ਲਿਖਿਆ ਹੋਊਗਾ ਮੋਨੇਰਾ। ਠੀਕ ਹੈ, 99% ਚਾਂਸ ਹੈ ਕਿ ਇਹੀ ਲਿਖਿਆ ਹੋਊਗਾ, ਕਿਉਂਕਿ ਬਹੁਤ ਰੇਅਰ ਟਿਪੀਕਲ ਪੰਜਾਬੀ ਯੂਜ਼ ਕਰਦੇ ਆ, ਬਹੁਤ ਰੇਅਰ। ਹੁਣ ਦੂਜਾ ਆਪਣੇ ਕੋਲ ਕੀ ਸੀਗਾ, ਇੱਕ ਸਭ ਤੋਂ ਪਹਿਲਾਂ ਸੌਖਾ ਇਹ ਸੀਗਾ ਆਪਣੇ ਕੋਲੇ ਕਿ ਇਹਦੀ ਸੈੱਲ ਵੋਲ ਹੋ ਵੀ ਸਕਦੀ ਹੈ, ਨਹੀਂ ਵੀ। ਠੀਕ ਹੈ, ਚਾਂਸ ਹੈ ਕਿ ਨਹੀਂ ਹੋਗੀ, ਪਰ ਸੈੱਲ ਵੋਲ ਹੋ ਵੀ ਸਕਦੀ ਹੈ। ਨੋਟ ਔਰ ਯੈਸ, ਨੋ ਔਰ ਯੈਸ ਬਸ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ ਕਿ ਇਹਦੇ ਵਿੱਚ ਇਹ ਕੀ ਹੈ, ਇਹ ਹੈਗੇ ਆਪਣੇ ਕੋਲੇ ਯੂਨੀਸੈਲੂਲਰ। ਇੰਨਾ ਕਲੀਅਰ ਹੋ ਗਿਆ। ਹੁਣ ਨੰਬਰ 4 ਤੇ ਆਪਣੇ ਕੋਲ ਕੀ ਹੈ, ਦੇਖੋ ਐਂ ਹੀ ਯਾਦ ਹੋਣੇ ਆ ਇਹ, ਇਹਨਾਂ ਦੀਆਂ ਸਮਝੋ ਕਰੈਕਟਰਿਸਟਿਕਸ ਹੈ। ਹੁਣ ਇਹ ਕੀ ਕਰਦੇ ਆ, ਹੁਣ ਇਹ ਭੋਜਨ ਨਿਊਟ੍ਰੀਸ਼ਨ ਦਾ ਜਿਹੜਾ ਇਹਨਾਂ ਦਾ ਮੈਥਡ ਹੈ, ਨਿਊਟ੍ਰੀਸ਼ਨ ਜਿਹਨੂੰ ਕਹਿ ਦਿੰਦੇ ਆਪਾਂ ਕਿ ਕਿਵੇਂ ਭੋਜਨ ਪ੍ਰਾਪਤ ਕਰਦੇ ਆ, ਉਹ 3 ਚੀਜ਼ਾਂ ਹੁੰਦੀਆਂ ਆਪਣੇ ਕੋਲੇ। ਇੱਕ ਤਾਂ ਇਹ ਹੋ ਗਏ ਪਹਿਲਾਂ ਆਟੋਟ੍ਰੋਫਿਕ, ਇਹ ਵੀ ਸਮਝ ਲਓ ਆਟੋਟ੍ਰੋਫਿਕ। ਠੀਕ ਹੈ, ਆਟੋਟ੍ਰੋਫਿਕ ਦਾ ਮਤਲਬ ਹੁੰਦਾ ਕਿ ਆਪਣੇ ਆਪ, ਤੇ ਇੱਕ ਹੁੰਦੇ ਆ ਹੈਟਰੋਟ੍ਰੋਫਿਕ। ਠੀਕ ਹੈ, ਮਤਲਬ ਕੀ ਹੈ, ਕਿਸੇ ਤੇ ਡਿਪੈਂਡ, ਕਿਸੇ ਤੇ ਨਿਰਭਰ। ਇੰਨਾ ਕਲੀਅਰ ਹੋ ਗਿਆ। ਬਸ ਇਹ ਦੋਨੋਂ ਯੂਜ਼ ਕਰਦੇ ਆ, ਜਾਂ ਤਾਂ ਇਹ ਆਪੇ ਬਣਾ ਲੈਂਦੇ ਜਾਂ ਦੂਸਰੇ ਤੇ ਨਿਰਭਰ ਕਰਦੇ ਆ। ਮੋਨੇਰਾ ਕਲੀਅਰ ਹੋ ਗਿਆ। ਨੈਕਸਟ ਚੱਲਦੇ ਆ। ਨੈਕਸਟ ਕੀ ਸੀਗਾ ਆਪਣੇ ਕੋਲੇ, ਇਹ ਹੁਣ ਤੁਸੀਂ ਬੋਲੋਗੇ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋ ਜਾਣਗੀਆਂ। ਜਲਦੀ ਕਮੈਂਟ ਕਰਕੇ ਦੱਸੋ ਕਿ ਨੈਕਸਟ ਕਿਹੜਾ ਸੀ ਆਪਣੇ ਕੋਲੇ, ਜਲਦੀ ਹੁਣੇ। ਜੇ ਤੁਸੀਂ ਬਾਅਦ ਦੇ ਵਿੱਚ ਵੀ ਵੀਡੀਓ ਦੇਖ ਰਹੇ ਹੋ ਨਾ, ਇਹ ਚੀਜ਼ਾਂ ਦਾ ਕਮੈਂਟ ਕਰੋਗੇ ਤਾਂ ਇਹ ਜਿਹੜੇ ਔਖੇ ਲੱਗਦੇ ਸੀ ਨਾ ਕੱਲ ਤੁਹਾਨੂੰ, ਅੱਜ ਇਹ ਸਾਰੇ ਨਾਮ ਤੁਹਾਨੂੰ ਸੌਖੇ ਲੱਗਣ ਵਾਲੇ ਆ, ਜਮਾਂ ਹੀ ਸੌਖੇ ਲੱਗਣ ਵਾਲੇ ਆ। ਠੀਕ ਹੈ, ਚਲੋ ਹੁਣ ਦੂਸਰੇ ਵਾਲਾ ਕਿਹੜਾ ਸੀ ਆਪਣੇ ਕੋਲੇ, ਦੂਸਰੇ ਵਾਲਾ ਹੈਗਾ ਸੀ ਆਪਣੇ ਕੋਲੇ ਪ੍ਰੋਟਿਸਟਾ। ਠੀਕ ਹੈ, ਇਹ ਕਿਹੜੇ ਚ ਆ ਗਿਆ, ਸਭ ਤੋਂ ਪਹਿਲਾਂ ਦਾ
ये हो गया यूकैरियोटिक, यूकैरियोटिक। नंबर 2 ते की हो गया अपने को, इनदे विच ये लोकोमोशन करदा, ठीक है। लोकोमोशन मतलब ये भी दस देना, ठीक है। लोकोमोशन मोस्ट इंपोर्टेंट जी एग्जाम्पल है ना, इनका क्वेश्चन भी बन सकता है, अमीबा, ठीक है। अमीबा की करता है, अमीबा अपने को मान के चलो सूडोपोडिया, ठीक है, सूडोपोडिया का यूज करता है, सूडोपोडिया का। इनका मतलब की है कि इनू आप कहने फॉल्स फीट, सुनिया होना तुसीं, जेडे बच्चे थोड़ा बहुत भी पढ़िया होना इस चैप्टर बारे। अमीबा की करता, लोकोमोशन करता, कादे नाल करता, सूडोपोडिया नाल। मतलब इनका की है, पोडिया मतलब आई थिंक होंगे फीट, तो सूडो मतलब हो गया फॉल्स, ठीक है। तो फॉल्स फीट मतलब कि ये नहीं आते, दिखते नहीं थानू, पर जो इनू लोड़ होंगी है ना, जिवें मान के चलो आ अमीबा है, हुण इहदे विच की करूगा, इत्थों अपने पैर कढ लूगा, उस तो बाद की करूगा, इत्थों अपने पैर कढ लूगा। तो इहदे विच जे भोजन भी विखदा है ना, इनू अंदर खिच लूगा आपदे वल नूं, ये भोजन भी ऐं लै लैंदा, ते जो लोकोमोशन है जिहड़ा तुरदा फिरदा वो भी ऐं करदा। ये है प्रोटिस्टा का हिस्सा। इन्ना क्लीयर हो गया। तो नैक्सट चलते हैं, बस इन्ना ही याद रखना तुसीं। एक तो यूनीसैलुलर हो गया, तीजा ये भी ला लो, ये की है यूनीसैलुलर। नैक्सट चलते हैं, जमा सौखे सौखे, जमा ही सौखे सौखे, मैं बार बार कह रहा थानू। हुण देखो, ਜਿਹੜੇ नाम पढ़ के डरते ना, आ क्या आऊगा वो क्या आऊगा, हुण आ गया फंगई, फंगी, ठीक है। सब तो पहला तो उही पॉइंट अपना, इनू याद कर लो बस, यूकैरियोटिक है, यूकैरियोटिक है। नंबर 2 ते की है, मल्टी सैलूलर हो गया है, मल्टी सैलूलर। दूजा पॉइंट अपना की बन जूगा इहदे विच, कि इहदे विच सैल वॉल हुंदी है, सैल वॉल हुंदी है प्रेजेंट, ठीक है। सैल वॉल की है प्रेजेंट है। तो हुण जे इहदा मोस्ट इंपोर्टेंट एक क्वेश्चन है कि जे तुहानूं पुछया जाए कि इहदी सैल वॉल है जिहड़ी वो काहदी बनी हुंदी है, वो बनी हुंदी है अपने कोल चिटिन दी, चिटिन, ठीक है। काहदी बनी हुंदी है, वो चिटिन दी बनी हुंदी है। क्लीयर हो गया हुण कि काहदी बनी हुंदी है, चिटिन दी बनी हुंदी है। हुण आ गया अगे एक होर कि इन्हां दा मोड ऑफ न्यूट्रीशन, न्यूट्रीशन इन्हां दा मोड ऑफ न्यूट्रीशन मतलब ये भोजन किवें प्राप्त करते हैं, तो ये भोजन किवें प्राप्त करते हैं, आप तो बनाते ही नहीं, ये तो आपको पता ही है कि सैल वॉल हैगी है, पर आप नहीं बनाते, फोटोसिंथेसिस होऊगा तो आप बनाएंगे। क्लीयर है। तो हुण अपने कोल की आऊगा कि ये की है, हेट्रोट्रोफिक, हेट्रोट्रोफिक, आई थिंक यहीं पाऊगा, ठीक है, हेट्रोट्रोफिक, हाँ यहीं है। हुण हेट्रोट्रोफिक तो तुहानूं दस्सिया सी ना कि किसे ते निर्भर करना, किसे ते निर्भर करना, किसे ते निर्भर करना बिना मारे, ठीक है। किसे तो भोजन प्राप्त करी जाते हैं, पर की मन के चलो कि बिना मारे, दूसरिਆਂ तो बिना मारे खाना लै लैन, जिवें मच्छर हो गए, ठीक है। मच्छर की अपने त्वचा ते आके बह जाते, स्किन ते आके बह जाते हैं, उत्थों की ब्लड लै लेंदे, पर आप मरदे तो नहीं ना। उन्होंने ना कहते सर अपन बीमारी हो जाती, मरदे तो नहीं ना। ਜਿਹੜਾ नॉर्मल उन्होंने ਜਿਹੜਾ न्यूट्रीशन किमें लेंदे आ, बस हेट्रोट्रोफिक लेंदे आ कि मच्छर है ਜਿਹੜਾ अपने ते आके बह गया, किसी ते निर्भर करता है, पर वो की है उन्होंने की है मारते नहीं गए। इन्ना क्लीयर हो गया हुण। तो हुण उस तो बाद की है, एक कहंदे विच हुंदा, इन्हां एक होर याद कर लो, हेट्रोट्रोफिक का ही अगों पार्ट हुंदा, एक कई लोड़ पै जू तुहानूं, सैप्रोफाइट्स, सैप्रोफाइट्स, मैं रिपीट कराऊंगा एंड ते सारे। सैप्रोफाइट्स का मतलब की हुंदा कि मन के चलो कोई मरी हुई चीज़ तो भोजन प्राप्त करना, जिवें तुहानूं दस्सिया सी ना हुंदा की कहंदे हुंदे उहनूं, मशरूम वाला, ठीक है, वो सेम कंसैप्ट। फंगई का फिर सुन लो, मल्टी सैलुलर हो गया, चिटिन दी इहदी सैल वॉल बनी हुंदी है, सैल वॉल इहदे च हुंदी है, हेट्रोट्रोफिक है कि किसी तो बिना मारे भोजन प्राप्त कर लेंदे, बस, ठीक है। हुण आ जाओ अगे, जिहड़ा मोस्ट इंपोर्टेंट जिहदे बहुत सारे क्वेश्चन बनने वाले है, वो है प्लांटेई, ठीक है। हुण प्लांटे का सब तो पहला की बन गया अपने को, ये ध्यान नाल समझण वाला कंसैप्ट है, तां ही इन्हां नूं वक्रे वक्रे लैक्चर च रखिया मैं, एनीमिलिया ते इनू, नहीं तो इकट्ठे च करा दिंदा, सारियां चीज़ां मिक्स हो जानियां सीगियां। फस्ट की है अपने को, एक ही है यूकैरियोटिक है, यूकैरियोटिक है। दूसरा की है मल्टी सैलुलर है, मल्टी सैलुलर। तो उदों बाद अपने को पॉइंट क्या है, सैल वॉल प्रेजेंट होंगी है, तो हुण इहदी सैल उहदी तो चिटिन दी बनी हुंदी है, फंगी दी, तो इहदी सैल जिहड़ी सैल वॉल काहदी बनी हुंदी है, सैलूलोज दी,
ठीक है। ये की करते हैं, फोटोसिंथेसिस तैयार करते हैं, फोटोसिंथेसिस ठीक है। ਹੁਣ ਦੇਖੋ ਜਿਹੜੀਆਂ ਚੀਜ਼ਾਂ ਇਹਨਾਂ ਦੇ ਸਮਝਣ ਵਾਲੀਆਂ, ਇਹ ਨਵੀਂ ਸ਼ੀਟ ਤੇ ਸ਼ੁਰੂ ਕਰੂੰਗਾ ਮੈਂ। ਹੁਣ ਪਲਾਂਟੇ ਹੀ ਕਰਾਂਗੇ। ਪਲਾਂਟੇ ਦੇ ਵਿੱਚ 2-3 ਚੀਜ਼ਾਂ ਸਮਝਣ ਵਾਲੀਆਂ। ਹੁਣ ਨਾ ਪਲਾਂਟ, ਜਦੋਂ ਮੈਂ ਪਲਾਂਟ ਦਾ ਨਾਮ ਲੈਣਾ, ਠੀਕ ਹੈ, ਜਦੋਂ ਮੈਂ ਤੁਹਾਨੂੰ ਕਹੂੰਗਾ ਪਲਾਂਟ, ਤੁਹਾਡੇ ਦਿਮਾਗ 'ਚ ਇੱਕ ਚੀਜ਼ ਆਊਗੀ ਕਿ ਇੱਕ ਗਮਲੇ ਦੇ ਵਿੱਚ ਜਾਂ ਕਹਿ ਲਓ ਜ਼ਮੀਨ 'ਤੇ ਕੀ ਹੈ, ਇੱਕ ਬੂਟਾ ਪਿਆ ਹੋਇਆ, ਉਹਦੇ ਵਿੱਚ ਕੀ ਆ, ਉਹਦੇ ਪੱਤੇ ਹੈ, ਜੜ ਆ, ਉਹਦੇ ਤਣੇ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ, ਤਾਂ ਇਹਦਾ ਕੀ ਬਣੂਗਾ, ਪਲਾਂਟ। ਪਰ ਇੱਥੇ ਆਪਣੇ ਕੋਲ ਕੀ ਹੈ, ਇੱਕ ਸਭ ਤੋਂ ਪਹਿਲਾ ਪੁਆਇੰਟ ਕੀ ਆਉਂਦਾ ਕਿ ਜਿਹੜੇ ਇਹਦੇ ਵਿੱਚ ਇੱਕ ਪਲਾਂਟ ਹੈ ਜਿਹਦੇ ਵਿੱਚ ਨਾ ਤਾਂ ਉਹਦਾ ਆਪਾਂ ਇਹ ਦੇਖ ਸਕਦੇ ਹਾਂ ਰੂਟ ਕਿੱਥੇ ਆ। ਸਿੱਧਾ ਪੰਜਾਬੀ 'ਚ ਦੱਸਣ ਲੱਗਿਆ, ਜ਼ਿਆਦਾ ਇੰਗਲਿਸ਼ 'ਚ ਨਹੀਂ ਜਾਊਂਗਾ ਮੈਂ, ਜਿਵੇਂ ਇਹਨੂੰ ਨੋ ਡਿਫਰੈਂਸ਼ੀਏਸ਼ਨ ਇਨਟੂ ਰੂਟ, ਠੀਕ ਹੈ, ਇਹ ਚੀਜ਼ਾਂ 'ਚ ਨਹੀਂ, ਸਿੱਧਾ ਪੰਜਾਬੀ 'ਚ, ਪਿਓਰ ਪੰਜਾਬੀ 'ਚ। ਕਿ ਇਹਦਾ ਨਾ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਜੜ ਕਿੱਥੇ ਆ, ਨਾ ਹੀ ਇਹਦਾ ਪਤਾ ਲੱਗਦਾ ਤਣਾ ਕਿੱਥੇ ਆ, ਨਾ ਹੀ ਇਹਦਾ ਪਤਾ ਲੱਗਦਾ ਲੀਫ ਕਿੱਥੇ। ਮਤਲਬ ਕਿ ਜਿਵੇਂ ਹੁਣ ਦੇਖ ਕੇ ਦੱਸ ਦਿਆਂ ਕਿ ਇਹਦੇ ਥੱਲੇ ਸਾਫ਼ ਪਤਾ ਲੱਗੂਗਾ ਕਿ ਜਿਵੇਂ ਆਪਣੇ ਕੋਲੇ ਬੂਟਾ ਬਣਿਆ ਹੈ, ਠੀਕ ਹੈ, ਇਹਦੇ ਆਹ ਵਾਲੇ ਕੀ ਆ, ਥੱਲੋਂ ਜੜ੍ਹਾਂ, ਠੀਕ ਹੈ। ਇਹਨਾਂ ਨੂੰ ਜੇ ਤੁਸੀਂ ਪੱਟ ਕੇ ਵੀ ਤੁਹਾਨੂੰ ਮੈਂ ਕਹਿ ਦੂੰਗਾ ਕਿ ਆਹ ਕੀ ਹੈ, ਤੁਸੀਂ ਮਿੰਟ 'ਚ ਕਹਿ ਦੋਗੇ ਸਾਰੇ ਤਾਂ ਜੜ। ਪਰ ਉਹਦੇ ਵਿੱਚ ਆਪਾਂ ਜਿਹੜਾ ਆਹ ਵਾਲਾ ਤੁਹਾਨੂੰ ਦੱਸਣ ਲੱਗਿਆ ਪਹਿਲਾ ਪੁਆਇੰਟ, ਉਹਦੇ ਵਿੱਚ ਆਪਾਂ ਡਿਫਰੈਂਸ ਨਹੀਂ ਪਤਾ ਕਰ ਸਕਦੇ ਕਿ ਇਹ ਤੁਹਾਨੂੰ ਮੈਂ ਇਕੱਲਾ ਵਿਖਾ ਦਾਂ ਤਾਂ ਤੁਸੀਂ ਕਹੋ ਸਰ ਇਹ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਇਹ ਜੜ ਹੈ, ਤਨ ਹੈ ਕਿ ਕੀ ਹੈ, ਠੀਕ ਹੈ। ਤਾਂ ਉਹਨੂੰ ਕੀ ਕਹਿੰਦੇ ਆ, ਇਹਨੂੰ ਪਲਾਂਟ ਦੇ ਇਹ ਹਿੱਸੇ ਨੂੰ ਕੀ ਕਹਿੰਦੇ ਆ, ਮਤਲਬ ਪਲਾਂਟ ਦੇ ਇਹ ਪ੍ਰਜਾਤੀ ਨੂੰ ਕੀ ਕਹਿੰਦੇ ਆ, ਉਹ ਕਹਿੰਦੇ ਥੈਲਸ ਪਲਾਂਟ ਬੋਡੀ, ਜਿਹਦੇ ਵਿੱਚ ਤੁਸੀਂ ਇਹ ਨਹੀਂ ਪਤਾ ਲਾ ਸਕਦੇ ਕਿ ਇਹਦੇ ਵਿੱਚ ਕਿਹੜਾ ਰੂਟ ਹੈ, ਕਿਹੜਾ ਤਨਾ ਤੇ ਕਿਹੜਾ ਕੀ ਹੈ। ਇਹ ਜਮਾਂ ਪਿਓਰ 'ਚ ਦੱਸੀ ਹੈ ਨਾ ਮੈਂ ਪੰਜਾਬੀ 'ਚ, ਠੀਕ ਹੈ। ਬੁੱਕ ਜਿੱਥੋਂ ਮਰਜ਼ੀ ਲਾਓ, ਪੰਜਾਬੀ ਬੁੱਕ 'ਚ ਵੀ ਇੰਨਾ ਪਿਓਰ ਨਹੀਂ ਦੱਸਿਆ ਹੋਣਾ। ਬਸ ਤੁਹਾਨੂੰ ਯਾਦ ਕਰਨ ਦਾ ਤਰੀਕਾ ਦੱਸ ਰਿਹਾ, ਉੱਥੇ ਤੁਸੀਂ ਥਿਊਰੀ ਨਹੀਂ ਲਿਖਣੀ, ਉੱਥੇ ਤੁਸੀਂ ਕਨਸੈਪਟ ਕਲੀਅਰ ਕਰਨਾ। ਜੇ ਤੁਹਾਨੂੰ ਉੱਥੇ ਥੈਲਸ ਪੁੱਛਿਆ ਜਾਵੇ ਨਾ ਤਾਂ ਤੁਸੀਂ ਸਮਝੋ ਕਿ ਨੋ ਡਿਫਰੈਂਸ਼ੀਏਸ਼ਨ, ਠੀਕ ਹੈ, ਬਿਟਵੀਨ ਜਾਂ ਇਨਟੂ ਰੂਟ, ਸਟੈਮ ਐਂਡ ਲੀਫ, ਠੀਕ ਹੈ। ਕਿ ਆਪਾਂ ਇਹਨਾਂ ਵਿੱਚ ਡਿਫਰੈਂਸ ਨਹੀਂ ਪਤਾ ਕਰ ਸਕਦੇ ਕਿਹੜਾ ਰੂਟ, ਕਿਹੜਾ ਸਟੈਂਪ ਹੈ ਤੇ ਕਿਹੜਾ ਲੀਫ ਹੈ। ਇੰਨਾ ਕਲੀਅਰ ਹੋ ਗਿਆ। ਉਹਨੂੰ ਕਹਿੰਦੇ ਆ ਥੈਲੋਸ ਪਲਾਂਟ ਬੋਡੀ। ਇੰਨਾ ਕਲੀਅਰ ਹੋ ਗਿਆ। ਇਹ ਕੈਟਾਗਰੀ ਹੈ, ਸਮਝ ਲਓ, ਇਹ ਕੈਟਾਗਰੀ ਹੈ। ਕਿੰਦੀ ਕੈਟਾਗਰੀ ਹੈ? ਇਹ ਹੈਗੀ ਹੈ ਥੈਲੋਫਾਈਟਾ ਦੀ, ਥੈਲੋਫਾਈਟਾ, ਠੀਕ ਹੈ। ਹੁਣ ਜਿੱਥੇ ਥੈਲੋਫਾਈਟਾ ਲਿਖਿਆ ਆ ਜੇ ਉਹਦਾ ਮਤਲਬ ਕੀ ਹੈ, ਆ ਸਾਰਾ ਜਿਹੜਾ ਉੱਪਰ ਦੱਸਿਆ ਤੁਹਾਨੂੰ, ਠੀਕ ਹੈ, ਉਹਦਾ ਮਤਲਬ ਕੀ ਹੈ ਜਿਹੜਾ ਸਾਰਾ ਤੁਹਾਨੂੰ ਉੱਪਰ ਦੱਸਿਆ। ਹੁਣ ਇਹਦੀ ਇੱਕ ਐਗਜ਼ਾਮਪਲ ਦਊਂਗਾ ਨਾ, ਤੁਸੀਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਹੁਣ ਤੁਸੀਂ ਕਦੇ ਜਿਹੜੇ ਸਮੁੰਦਰ ਦੇ ਵਿੱਚ ਪਲਾਂਟ ਦੇਖੇ ਆ, ਠੀਕ ਹੈ, ਉਹਨਾਂ ਦਾ ਸੇਮ ਕਨਸੈਪਟ ਹੁੰਦਾ ਨਾ, ਉਹਨਾਂ ਦੇ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਤਨਾ ਹੈ, ਕਿਹੜਾ ਜੜ ਹੈ, ਕਿਹੜਾ ਕੀ ਹੈ। ਬਸ ਉਹ ਸਿੱਧਾ ਹੀ ਮੋਸਟਲੀ ਉਹ ਜਿਹੜੇ ਜਿਹੜੇ ਥੈਲੋਫਾਈਟਾ ਹੁੰਦੇ ਆ ਨਾ, 99% ਜਿਹੜੇ ਕਿਹੜੇ ਹੁੰਦੇ ਆ, ਐਕੁਆਟਿਕ ਹੁੰਦੇ ਆ। ਐਕੁਆਟਿਕ ਤਾਂ ਪਤਾ ਨਾ ਸਭ ਨੂੰ ਕੀ ਹੁੰਦੇ ਆ, ਠੀਕ ਹੈ। ਜਿਹੜੇ 99% ਪਲਾਂਟ ਇਹਨਾਂ ਦੇ ਕੀ ਹੁੰਦੇ ਆ, ਐਕੁਆਟਿਕ ਹੁੰਦੇ ਆ। ਤੇ ਜਿਵੇਂ ਇੱਕ ਤੁਹਾਨੂੰ ਮੈਂ ਜਮਾਂ ਸੌਖੀ ਜਿਹੀ ਐਗਜ਼ਾਮਪਲ ਵੀ ਦੱਸ ਦਿੰਦਾ। ਤੁਸੀਂ ਜਦੋਂ ਰਾਹ 'ਚ ਜਾਂਦੇ ਆ ਜਾਂ ਕਿਤੇ ਵੀ ਤੁਸੀਂ ਖੇਤ ਵਿੱਚ ਜਾਂਦੇ ਆ ਜਾਂ ਕੋਈ ਬਾਗ ਦੇ ਵਿੱਚ ਜਾਂਦੇ ਆ, ਇੱਕ ਤੁਹਾਨੂੰ ਪੌਦਾ ਦੇਖਣ ਨੂੰ ਮਿਲਦਾ ਹੋਊਗਾ ਜਿਹਦੇ ਪੱਤੇ ਦੇ ਉੱਪਰ ਪੱਤੇ ਬਣੇ ਹੁੰਦੇ ਆ, ਠੀਕ ਹੈ। ਜਿਹਦੇ ਪੱਤੇ ਦੇ ਉੱਪਰ ਪੱਤੇ ਬਣੇ ਹੁੰਦੇ ਆ ਤੇ ਪੱਤਿਆਂ ਦੇ ਉੱਪਰ ਵੀ ਪੱਤੇ ਬਣੇ ਹੁੰਦੇ, ਜਮਾਂ ਹੀ ਨਿੱਕੇ ਨਿੱਕੇ ਹੁੰਦੇ ਆ ਉਹ, ਠੀਕ ਹੈ। ਜਮਾਂ ਹੀ ਛੋਟੇ ਹੁੰਦੇ ਆ, ਜਿਨ੍ਹਾਂ ਨੂੰ ਜਿਹਨੂੰ ਪੱਟਣ ਤੇ ਬੜਾ ਹੀ ਮਜ਼ਾ ਆਉਂਦਾ। ਉਹ ਲੱਗ ਗਿਆ ਪਤਾ ਕਿਹੜਾ ਕੀ ਨਾ, ਉਹ ਵੀ ਸਮਝੋ ਕਿ ਇਹਦਾ ਹੀ ਆ। ਉਹ ਇਹ ਨਹੀਂ ਪਤਾ ਲੱਗਦਾ ਕਿਹੜਾ ਪੱਤਾ, ਪੱਤਿਆਂ ਦੇ ਪੱਤੇ ਹੀ ਨਿਕਲੀ ਜਾਂਦੇ ਆ। ਉਹਨੂੰ ਕਹਿੰਦੇ ਥੈਲੋਫਾਈਟਾ, ਠੀਕ ਹੈ। ਉਹ ਹੁੰਦੀ ਹੈ ਥੈਲਸ ਪਲਾਂਟ ਬੋਡੀ, ਜਿਹਦੇ ਵਿੱਚ ਰੂਟ, ਸਟੈਮ, ਲੀਫ ਦਾ ਡਿਫਰੈਂਸ ਨਹੀਂ ਪਤਾ ਕਰ ਸਕਦੇ ਆਪਾਂ। ਪਹਿਲਾਂ ਕਲੀਅਰ ਹੋ ਗਿਆ। ਤਾਂ ਇਸ ਤੋਂ ਬਾਅਦ ਕੀ ਹੋ ਗਿਆ, ਇਸ ਤੋਂ ਬਾਅਦ ਥੋੜੀ ਜਿਹੀ ਜਿਹੜਾ ਡਿਵੈਲਪਮੈਂਟ ਹੋਈ ਇਹਦੇ ਵਿੱਚ। ਤਾਂ ਹੁਣ ਆਪਾਂ ਗੱਲ ਕਰਾਂਗੇ ਨੌਨ ਥੈਲਸ ਦੀ। ਥੈਲੋਸ ਦੀ ਤਾਂ ਗੱਲ ਕਰ ਲਈ, ਹੁਣ ਗੱਲ ਕਰਾਂਗੇ ਨੌਨ ਥੈਲੋਸ ਦੀ। ਕਲੀਅਰ ਹੈ। ਹੁਣ ਪਹਿਲਾ ਕੀ ਸੀਗਾ, ਇੱਥੇ ਸਾਈਡ ਤੇ ਲਿਖ ਦਿੰਦਾ ਮੈਂ, ਥੈਲੋਸ ਵਾਲਾ ਉਹ ਸੀਗਾ ਆਪਣੇ ਕੋਲ ਥੈਲੋਫਾਈਟਾ, ਠੀਕ ਹੈ, ਥੈਲੋਫਾਈਟਾ। ਹੁਣ ਇਹਦੇ ਵਿੱਚ ਡਿਵੈਲਪਮੈਂਟ ਹੋਈ, ਜਿਵੇਂ ਪ੍ਰੋਕੈਰੀਓਟਿਕ ਦੇ ਬਾਅਦ ਯੂ ਬਣਿਆ, ਯੂਕੈਰੀਓਟਿਕ। ਇਹਦੇ ਵਿੱਚ ਜੋ ਤੁਹਾਨੂੰ ਪੁੱਛ ਲਿਆ ਸਿੱਧਾ ਤੁਸੀਂ ਇਹ ਕਹਿ ਸਕਦੇ ਹੋ ਕਿ ਸਰ ਇਹਦੇ 'ਚ ਅਸੀਂ ਲੀਫ, ਪੱਤਿਆਂ ਪੁੱਤਿਆਂ ਦਾ ਬਾਰਾ, ਜਿਹੜਾ ਤਨੇ ਦਾ ਜਾਂ ਜੜ ਦਾ ਪਤਾ ਨਹੀਂ ਲਾ ਸਕਦੇ। ਹੁਣ ਇਹਦੇ 'ਚ ਡਿਵੈਲਪਮੈਂਟ ਹੋਣ ਤੋਂ ਬਾਅਦ ਦੂਜੇ ਨੰਬਰ ਤੇ ਕੀ ਆਇਆ ਆਪਣੇ ਕੋਲੇ, ਉਹ ਆ ਗਿਆ ਬ੍ਰਾਇਓਫਾਈਟਾ। ਕੀ ਆ ਗਿਆ ਆਪਣੇ ਕੋਲੇ, ਉਹ ਆ ਗਿਆ ਆਪਣੇ ਕੋਲੇ ਬ੍ਰਾਇਓਫਾਈਟਾ, ਬ੍ਰਾਇਓਫਾਈਟਾ। ਹੁਣ ਜਿਹੜੇ ਬੱਚੇ ਧਿਆਨ ਨਾਲ ਸਮਝੀ ਜਾਂਦੇ ਨੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੋਣਾ ਕਿ ਨੌਨ ਥੈਲਸ ਤਾਂ ਇਹ ਹੋ ਗਿਆ ਵੀ ਜਿਹਦੇ 'ਚ ਆਪਾਂ ਡਿਫਰੈਂਸ਼ ਜਿਹੜਾ ਪਤਾ ਲਾ ਸਕਦੇ ਹਾਂ, ਲੀਫ ਦਾ, ਸਟੈਮ ਦਾ, ਠੀਕ ਹੈ। ਪਰ ਹੁਣ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਬਸ ਬ੍ਰਾਇਓਫਾਈਟਾ 'ਚ ਕੀ ਫਰਕ ਪੈ ਗਿਆ ਥੈਲੋਫਾਈਟਾ ਨਾਲੋਂ, ਕਿ ਇਹਦੇ ਵਿੱਚ ਆਪਾਂ ਜਿਹੜਾ ਰੂਟ, ਸਟੈਮ
ਤੇ ਲੀਫ ਇਹਨੂੰ ਅਲੱਗ-ਅਲੱਗ ਦਿਖਣ ਲੱਗ ਜਾਂਦੇ ਆ, ਅਲੱਗ-ਅਲੱਗ ਦਿਖਦੇ ਆ ਕਿੰਦੇ ਵਿੱਚ, ਬ੍ਰਾਇਓਫਾਈਟਾ ਦੇ ਵਿੱਚ। ਇੰਨਾ ਕਲੀਅਰ ਹੋ ਗਿਆ। ਤੇ ਇਹ ਕਿੰਦਾ ਐਡਵਾਂਸ ਵਰਜਨ ਹੈ, ਇਹ ਐਡਵਾਂਸ ਵਰਜਨ ਹੈਗਾ ਆਪਣੇ ਕੋਲੇ ਥੈਲੋਫਾਈਟਾ ਦਾ। ਇੰਨਾ ਕਲੀਅਰ ਹੋ ਗਿਆ। ਹੁਣ ਇਹਦੇ ਵਿੱਚ ਕੀ ਹੈ, ਇਹ ਮੋਸਟਲੀ ਆਪਣੇ ਕੋਲੇ ਪਲਾਂਟ ਐਮਫੀਬੀਅਨ ਹੁੰਦੇ ਆ ਇਹਨਾਂ ਦੇ, ਠੀਕ ਹੈ। ਮੋਸਟਲੀ ਪਲਾਂਟ ਜਿਹੜੇ ਹੁੰਦੇ ਆ ਐਮਫੀਬੀਅਨ। ਹੁਣ ਐਮਫੀਬੀਅਨ ਦਾ ਮਤਲਬ ਵੀ ਦੱਸ ਦੇਣਾ ਤੁਹਾਨੂੰ ਮੈਂ। ਐਮਫੀਬੀਅਨ ਦਾ ਮਤਲਬ ਆਪਣੇ ਕੋਲ ਹੋ ਗਿਆ ਜਿਹੜੇ ਕੀ ਹੈ ਲੈਂਡ ਅਤੇ ਵਾਟਰ ਦੋਵਾਂ 'ਚ ਹੀ ਰਹਿੰਦੇ ਆ, ਲੈਂਡ ਐਂਡ ਵਾਟਰ ਬੋਥ, ਠੀਕ ਹੈ, ਲੈਂਡ ਐਂਡ ਵਾਟਰ ਬੋਥ। ਇੰਨਾ ਕਲੀਅਰ ਹੋ ਗਿਆ। ਇਸ ਤੋਂ ਹੁਣ ਇਸ ਤੋਂ ਵੀ ਐਡਵਾਂਸ ਵਰਜਨ ਹੋ ਗਿਆ ਇੱਕ, ਹੁਣ ਇਹਦੇ ਤੋਂ ਵੀ ਐਡਵਾਂਸ ਵਰਜਨ ਆ ਗਿਆ ਆਪਣੇ ਕੋਲ ਇੱਕ। ਉਹਨੂੰ ਕੀ ਕਹਿੰਦੇ ਆਪਣੇ ਕੋਲੇ, ਧਿਆਨ ਨਾਲ ਸਮਝੀ ਚੱਲੋ ਨਿੱਕੀਆਂ ਨਿੱਕੀਆਂ ਚੀਜ਼ਾਂ, ਜੇ ਕੁਝ ਵੀ ਨਾ ਕਲੀਅਰ, ਵੈਸੇ ਤਾਂ ਮੈਂ ਵਾਰ-ਵਾਰ ਕਹਿ ਰਿਹਾ ਜਿਹੜਾ ਬੱਚਾ ਧਿਆਨ ਨਾਲ ਸੁਣ ਜਾਏ 101% ਉਹ ਸਭ ਕਲੀਅਰ ਕਰਕੇ ਜਾਊਗਾ, ਠੀਕ ਹੈ। ਟੈਰੀਡੋਫਾਈਟਾ, ਠੀਕ ਹੈ। ਨੈਕਸਟ ਆ ਗਿਆ ਟੈਰੀਡੋਫਾਈਟਾ, ਇਹਨੂੰ ਟੈਰੀਡੋਫਾਈਟਾ ਹੀ ਕਹਿੰਦੇ ਆ, ਠੀਕ ਹੈ। ਲਿਖ ਦੇਣਾ ਦੁਬਾਰਾ, ਇਹਨੂੰ ਕਹਿੰਦੇ ਟੈਰੀਡੋਫਾਈਟਾ, ਟੈਰੀਡੋਫਾਈਟਾ। ਲਓ ਹੁਣ ਦੇਖੋ ਇਹਦੇ ਵਿੱਚ ਕੀ ਹੋ ਗਿਆ, ਮੈਂ ਫਿਰ ਰਿਪੀਟ ਕਰਦਾ। ਥੈਲੋਫਾਈਟਾ 'ਚ ਆਪਾਂ ਨੂੰ ਇਹ ਨਹੀਂ ਪਤਾ ਸੀਗਾ ਜੜ, ਤਣਾ ਤੇ ਪੱਤੇ ਕੀ ਹੈ ਦਿਖਦੇ, ਮਤਲਬ ਤੇ ਆਪਾਂ ਡਿਫਰੈਂਸ ਨਹੀਂ ਪਤਾ ਕਰ ਸਕਦੇ ਸੀ। ਬ੍ਰਾਇਓਫਾਈਟਾ 'ਚ ਕੀ ਆ ਗਿਆ ਕਿ ਉਹ ਦਿਖਣ ਲੱਗ ਗਏ, ਹੋਰ ਕੁਛ ਨਹੀਂ ਉਹਦੇ 'ਚ ਡਿਵੈਲਪਮੈਂਟ ਹੋਈ, ਸਿਰਫ ਉਹ ਦਿਖਣ ਲੱਗ ਗਏ। ਤੇ ਜਿਹੜਾ ਟੈਰੀਡੋਫਾਈਟਾ ਹੋ ਗਿਆ, ਇਹਦੇ ਵਿੱਚ ਆ ਗਿਆ ਵੈਸਕੂਲਰ ਬੰਡਲ, ਪੱਤੇ ਤਾਂ ਦਿਖਦੇ ਹੀ ਆ, ਆਹ ਚੀਜ਼ਾਂ ਤਾਂ ਸਾਰੀਆਂ ਨਾਲ ਹੀ ਚੱਲਣਗੀਆਂ, ਠੀਕ ਹੈ। ਇੱਕ ਹੋਰ ਚੀਜ਼ ਐਡ ਹੋ ਗਈ, ਉਹ ਹੋ ਗਿਆ ਵੈਸਕੂਲਰ ਬੰਡਲ, ਵੈਸਕੂਲਰ ਬੰਡਲ। ਇਹਦੇ 'ਚ ਆ ਗਿਆ ਵੈਸਕੂਲਰ ਬੰਡਲ। ਹੁਣ ਇਹ ਕੀ ਹੁੰਦਾ, ਜਿੰਦੇ ਵਿੱਚ ਆ ਗਏ ਜ਼ਾਈਲਮ ਤੇ ਫਲੋਇਮ। ਹੁਣ ਇਹ ਤਾਂ ਪਤਾ ਲੱਗ ਗਿਆ ਹੋਣਾ ਨਾ ਜ਼ਾਈਲਮ ਫਲੋਇਮ ਕੀ ਹੁੰਦੇ ਆ। ਜ਼ਾਈਲਮ ਕੀ ਕਰਦਾ, ਵਾਟਰ ਜਿਹੜਾ ਉਹ ਹਿੱਸਿਆਂ 'ਚ ਪਹੁੰਚਾਉਂਦਾ ਜਿੱਥੇ, ਮਤਲਬ ਕਹਿ ਲਓ ਕਿ ਸਾਰੇ ਪੌਦੇ 'ਚ ਪਹੁੰਚਾ ਦਿੰਦਾ। ਫਲੋਇਮ ਕੀ ਹੋ ਗਿਆ, ਜਿੱਥੇ ਭੋਜਨ ਨਹੀਂ ਪਹੁੰਚਦਾ, ਠੀਕ ਹੈ, ਉਹ ਗ੍ਰੀਨ ਪਾਰਟਸ ਦੇ ਵਿੱਚ ਭੋਜਨ ਪਹੁੰਚਾ ਦਿੰਦਾ। ਉਹ ਹੁੰਦੇ ਆ ਵੈਸਕੂਲਰ ਬੰਡਲ, ਉਹ ਹੈ ਵੈਸਕੂਲਰ ਬੰਡਲ। ਇਹਨਾਂ ਦੋਵਾਂ ਨੂੰ ਕਹਿੰਦੇ ਵੈਸਕੂਲਰ ਬੰਡਲ। ਇਹ ਕਿੰਦੇ 'ਚ ਆ ਗਿਆ, ਟੈਰੀਡੋਫਾਈਟਾ 'ਚ ਆ ਗਿਆ। ਇੰਨਾ ਕਲੀਅਰ ਹੋ ਗਿਆ। ਇਹ ਕਾਹਦੇ 'ਚ ਆ ਗਿਆ, ਇਹ ਆ ਗਿਆ ਆਪਣੇ ਕੋਲ ਟੈਰੀਡੋਫਾਈਟਾ ਦੇ ਵਿੱਚ, ਠੀਕ ਹੈ। ਹੁਣ ਇੱਕ ਲਾਸਟ ਹੋਰ, ਇਹ ਦੁਗਾਂ ਵਾਲਾ ਚੌਥੇ ਨੰਬਰ ਤੇ ਇਹ ਆ ਗਿਆ ਤੀਜਾ, ਇਹ ਇੱਕ ਹੋਰ ਹੋ ਗਈ, ਇਹਦੇ 'ਚ ਹੋਰ ਐਡਵਾਂਸਮੈਂਟ ਹੋ ਗਈ। ਹੁਣ ਇਹਦੇ 'ਚ ਐਡਵਾਂਸਮੈਂਟ ਹੋਣ ਤੋਂ ਬਾਅਦ ਕੀ ਆ ਗਿਆ, ਫੈਨਰੋਗੈਮਸ, ਫੈਨਰੋਗੈਮਸ। ਹੁਣ ਤੁਸੀਂ ਕਹੋਗੇ ਸਰ ਦੇਖੋ ਪਹਿਲਾਂ 'ਚ ਤਣੇ ਨਹੀਂ ਦਿਖਦੇ ਸੀ, ਦੂਜੇ ਤਣੇ ਵੀ ਦਿਖਣ ਲੱਗ ਗਏ। ਤਣੇ ਦਿਖਣ ਤੋਂ ਬਾਅਦ ਉਦੋਂ ਬਾਅਦ ਕੀ ਹੋ ਗਿਆ, ਵੈਸਕੂਲਰ ਬੰਡਲ ਵੀ ਆ ਗਿਆ, ਪਾਣੀ ਵੀ ਪਹੁੰਚੀ ਜਾਂਦਾ, ਫੂਡ ਵੀ ਪਹੁੰਚੀ ਜਾਂਦਾ। ਹੁਣ ਕੀ ਰਹਿ ਗਿਆ ਲਾਸਟ ਤੇ, ਤਾਂ ਉਹ ਰਹਿ ਗਿਆ ਹੁਣ ਗੈਮਿਟਸ, ਠੀਕ ਹੈ। ਉਹ ਕੀ ਰਹਿ ਗਿਆ ਆਪਣੇ ਕੋਲੇ, ਗੈਮਿਟਸ। ਕਲੀਅਰ ਹੈ ਨਾ, ਉਹ ਕੀ ਰਹਿ ਗਿਆ ਹੁਣ ਆਪਣੇ ਕੋਲੇ, ਗੈਮਿਟਸ। ਗੈਮਿਟਸ ਦਾ ਮਤਲਬ ਕੀ ਹੈ ਕਿ ਕਈ ਫਲਾਵਰਸ ਦੇ ਵਿੱਚ ਨੂੰ ਦੇਖ ਕੇ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਇਹ ਫੀਮੇਲ ਪਲਾਂਟ ਹੈ ਕਿ ਜਿਹੜਾ, ਇਹਨਾਂ ਤਿੰਨਾਂ ਨੂੰ ਕਹਿ ਲਓ, ਇਹਨਾਂ ਤਿੰਨਾਂ ਨੂੰ ਦੇਖ ਕੇ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਇਹ ਫੀਮੇਲ ਪਲਾਂਟ ਹੈ ਕਿ ਇਹ ਜਿਹੜਾ ਮੇਲ ਪਲਾਂਟ ਹੈ। ਥੈਲੋਫਾਈਟਾ, ਬ੍ਰਾਇਓਫਾਈਟਾ ਤੇ ਜਿਹੜਾ ਟੈਰੀਡੋਫਾਈਟਾ, ਇਹਨਾਂ ਤਿੰਨਾਂ ਨੂੰ ਤੁਸੀਂ ਦੇਖ ਕੇ ਨਹੀਂ ਦੱਸ ਸਕਦੇ ਕਿ ਇਹ ਕੀ ਹੈ, ਮੇਲ ਪਲਾਂਟ ਹੈ ਕਿ ਫੀਮੇਲ ਪਲਾਂਟ ਹੈ, ਤੇ ਕਿਵੇਂ ਜਿਹੜਾ ਆਪਣਾ ਨੈਕਸਟ ਜਨਰੇਸ਼ਨ ਵਧਾਉਂਦੇ ਆ, ਠੀਕ ਹੈ। ਪਰ ਜਿਹੜੀ ਹੁਣ ਲਾਸਟ ਵਾਲਾ ਹੈ ਜਿਹੜਾ ਹੈਗਾ ਫੈਨਰੋਗੈਮਸ, ਇਹਨਾਂ ਵਿੱਚ ਲਾਸਟ ਚੀਜ਼ ਜਿਹੜੀ ਐਡ ਹੋ ਗਈ ਕਿ ਵਿਜ਼ੀਬਲ ਗੈਮਿਟਸ ਹੋ ਗਏ ਇਹਦੇ ਵਿੱਚ, ਵਿਜ਼ੀਬਲ ਗੈਮਿਟਸ ਹੋ ਗਏ। ਮਤਲਬ ਇਹਨਾਂ ਪੌਦਿਆਂ ਨੂੰ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿ ਮੇਲ ਪਲਾਂਟ ਹੈ ਕਿ ਕੀ ਹੈ ਇਹ ਜਿਹੜਾ ਫੀਮੇਲ ਪਲਾਂਟ ਹੈ। ਇੰਨਾ ਕਲੀਅਰ ਹੋ ਗਿਆ। ਹੁਣ ਚੱਲਦੇ ਹਾਂ ਅੱਗੇ, ਥੋੜਾ ਜਿਹਾ ਰਹਿ ਗਿਆ ਬਸ ਹੁਣ 1-2 ਮਿੰਟ ਦਾ। ਹੁਣ ਦੇਖੋ ਦੁਬਾਰਾ ਫਿਰ ਲਿਖ ਦਿੰਦਾ ਮੈਂ। ਹੁਣ ਆਪਣੇ ਕੋਲ ਕੀ ਆ ਗਿਆ, ਪਹਿਲਾਂ ਸੀਗਾ ਥੈਲੋਫਾਈਟਾ, ਥੈਲੋਫਾਈਟਾ, ਠੀਕ ਹੈ। ਇਹਨੂੰ ਐਡਵਾਂਸ ਵਰਜਨ ਇਹਦਾ ਕੀ ਹੋ ਗਿਆ ਉਦੋਂ ਬਾਅਦ, ਬ੍ਰਾਇਓਫਾਈਟਾ, ਬ੍ਰਾਇਓਫਾਈਟਾ, ਠੀਕ ਹੈ। ਇਦੋਂ ਐਡਵਾਂਸ ਵਰਜਨ ਕੀ ਹੋ ਗਿਆ, ਟੈਰੀਡੋਫਾਈਟਾ, ਟੈਰੀਡੋਫਾਈਟਾ। ਆਈ ਥਿੰਕ ਰੋਂਗ ਪੈ ਗਿਆ ਨਾ, ਕੋਈ ਨਹੀਂ ਰੇਜ਼ ਕਰ ਦਿੰਦੇ। ਲਓ ਟੈਰੀਡੋਫਾਈਟਾ। ਹੁਣ ਲਾਸਟ ਤੇ, ਪਰ ਪਹਿਲਾਂ ਇਹਨਾਂ ਤਿੰਨਾਂ ਨੂੰ ਲੈਣਾ, ਲਾਸਟ ਵਾਲਾ ਆਪਾਂ ਪੜ੍ਹਦੇ ਹਾਂ। ਪਹਿਲੇ 'ਚ ਰੂਟ ਸਟੈਮ ਨਹੀਂ ਹੈਗੇ, ਇਹਦੇ 'ਚ ਆ ਗਏ, ਤੇ ਇਹਦੇ 'ਚ ਕੀ ਆ ਗਿਆ, ਵੈਸਕੂਲਰ ਬੰਡਲ ਆ ਗਿਆ। ਤਿੰਨੇ ਹੋ ਗਏ, ਪਰ ਇਹਨਾਂ 'ਚ ਤੁਸੀਂ ਗੈਮੇਟਸ ਨਹੀਂ ਦੇਖ ਸਕਦੇ, ਤਾਂ ਕਰਕੇ ਇਹਨਾਂ ਤਿੰਨਾਂ ਨੂੰ ਆਪਾਂ ਕੀ ਕਵਾਂਗੇ, ਇਹਨਾਂ ਨੂੰ ਕਵਾਂਗੇ ਕ੍ਰਿਪਟੋਗੈਮਸ। ਇਹਨਾਂ ਤਿੰਨਾਂ ਨੂੰ ਕਵਾਂਗੇ ਕ੍ਰਿਪਟੋਗੈਮਸ, ਕ੍ਰਿਪਟੋਗੈਮਸ, ਠੀਕ ਹੈ। ਕ੍ਰਿਪਟੋਗੈਮਸ ਦਾ ਮਤਲਬ ਹੋ ਗਿਆ ਹਿਡਨ, ਠੀਕ ਹੈ। ਕ੍ਰਿਪਟੋਮੀਨੇ ਮੰਨ ਕੇ ਚੱਲੋ ਹਿਡਨ ਹੋ ਗਿਆ, ਕ੍ਰਿਪਟੋਮੀਨੇ ਹਿਡਨ। ਹਿਡਨ ਕੀ ਹੈ,
कि ये फीमेल है मेल है ये नहीं पता, ठीक है। ਇਹ ਕੀ ਹੁੰਦੇ ਆਪਣੇ ਕੋਲੇ ਸੀਡਲੈਸ, ਸੀਡਲੈਸ, ਠੀਕ ਹੈ। ਸੀਡਲੈਸ, ਫਲਾਵਰਲੈਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨੌਨ ਫਲਾਵਰਿੰਗ, ਨੌਨ ਫਲਾਵਰਿੰਗ। ਹੁਣ ਚੀਜ਼ਾਂ ਕਲੀਅਰ ਹੋ ਜਾਂਦੀਆਂ ਨਾ, ਮੈਂ ਵਾਰ-ਵਾਰ ਕਹਿ ਰਿਹਾ ਧਿਆਨ ਨਾਲ ਦੇਖੋ। ਹੁਣ ਦੇਖੋ ਇਹ ਕਿਹੜੇ, ਹੁਣ ਇਹ ਤਾਂ ਹੈ ਨਹੀਂ ਕਿ ਇਹ ਵੱਧਦੇ ਨਹੀਂ ਅੱਗੇ, ਆਪਦੀ ਪ੍ਰਜਾਤੀ ਨਹੀਂ ਵਧਾਉਂਦੇਗੇ, ਠੀਕ ਹੈ। ਇਹ ਤਾਂ ਹੈ ਨਹੀਂ ਕਿ ਇਹ ਉੱਥੇ ਹੀ ਰਹਿੰਦੇ ਆ। ਤੇ ਕਿਸ ਤਰੀਕੇ ਨਾਲ ਵਧਾਉਂਦੇ ਆ ਇਹ, ਆਈ ਥਿੰਕ ਇਹ ਵਧਾਉਂਦੇ ਸਪੋਰ ਦੀ ਜਿਹੜਾ ਫਾਰਮ ਦੇ ਵਿੱਚ, ਸਪੋਰ ਫਾਰਮ ਦੇ ਵਿੱਚ। ਬਸ ਇੰਨਾ ਯਾਦ ਰੱਖਣਾ ਇਹਦੇ ਵਿੱਚ ਤੁਸੀਂ, ਠੀਕ ਹੈ। ਇਹ ਕਾਹਦੇ ਵਿੱਚ, ਸਪੋਰ ਫਾਰਮ ਦੇ ਵਿੱਚ। ਕਲੀਅਰ ਹੋ ਗਿਆ ਹੁਣ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਕਰਨੀਆਂ ਆਪਾਂ। ਹੁਣ ਚੱਲਦੇ ਹਾਂ ਆਪਾਂ ਨੈਕਸਟ। ਬਸ ਇੰਨਾ ਸਮਝ ਲਓ, ਥੈਲੋਫਾਈਟਾ ਤੇ ਬ੍ਰਾਇਓਫਾਈਟਾ ਤੇ ਟੈਰੀਡੋਫਾਈਟਾ ਤਿੰਨਾਂ ਨੂੰ ਕਹਿੰਦੇ ਕ੍ਰਿਪਟੋਗੈਮਸ। ਕ੍ਰਿਪਟੋਗੈਮਸ ਕਿਉਂ ਕਹਿੰਦੇ ਆ, ਕਿਉਂਕਿ ਇਹਨਾਂ ਵਿੱਚ ਕੀ ਆਪਣੇ ਕੋਲੇ ਵਿਜ਼ੀਬਲ ਨਹੀਂ ਹੁੰਦੇ। ਕੀ ਨਹੀਂ ਵਿਜ਼ੀਬਲ ਹੁੰਦੇ, ਗੈਮਸ, ਮਤਲਬ ਫੀਮੇਲ ਮੇਲ ਵਾਲਾ ਸਿਸਟਮ ਕਲੀਅਰ ਨਹੀਂ ਹੁੰਦਾਗਾ। ਸੀਡਲੈਸ ਤੇ ਨੌਨ ਫਲਾਵਰਿੰਗ ਹੁੰਦੇ ਆ ਇਹ, ਸਪੋਰ ਦੀ ਫਾਰਮ ਦੇ ਵਿੱਚ ਇਹ ਆਪਣੀ ਜਿਹੜਾ ਗਾਂ ਸਾਰਾ ਕੁਝ ਵਧਾਉਂਦੇ ਆ। ਨੈਕਸਟ ਚੱਲਦੇ ਹਾਂ, ਜਿਹੜਾ ਮੇਨ ਸਭ ਤੋਂ ਉਹ ਹੈਗਾ ਫਨੈਰੋਗੈਮਸ। ਜਿਹੜਾ ਲਾਸਟ ਵਾਲਾ ਸਭ ਤੋਂ ਡਿਵੈਲਪ ਜਿਹੜੀ ਮੰਨੀ ਜਾਂਦੀ ਹੈ ਫਨੈਰੋਗੈਮਸ, ਠੀਕ ਹੈ। ਇਹ ਸਭ ਤੋਂ ਜਿਹੜੀ ਲਾਸਟ ਮੰਨੀ ਜਾਂਦੀ ਹੈ। ਆਈ ਥਿੰਕ ਥਿਕਨੈਸ ਘੱਟ ਕਰ ਲਈਏ ਹੁਣ। ਚਲੋ ਹੁਣ ਦੇਖੋ, ਹੁਣ ਇਹ ਵੀ ਦੋ ਤਰ੍ਹਾਂ ਦੇ ਹੁੰਦੇ, ਬਸ ਇਹ ਲਾਸਟ ਦੋ ਤਰ੍ਹਾਂ ਦੇ। ਉਹ ਸੀਡਲੈਸ ਹੁੰਦੇ ਆ ਨਾ, ਇਹਨਾਂ ਵਿੱਚ ਸੀਡ ਹੁੰਦੇ ਆ, ਪਰ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਸੀਡ ਵਾਲਾ, ਜਿਹਦੇ ਵਿੱਚ ਸੀਡ ਹੈ ਜਿਹੜਾ ਉਹ ਮੰਨ ਕੇ ਚਲੋ ਉਹਦੇ ਤੇ ਫਰੂਟ ਦੀ ਕਵਰਿੰਗ ਨਹੀਂ ਹੁੰਦੀ। ਸੀਡ ਉੱਪਰ ਫਰੂਟ ਦੀ ਜਿਹੜੀ ਫਰੂਟ ਦੀ ਕਵਰਿੰਗ ਨਹੀਂ ਹੁੰਦੀ, ਠੀਕ ਹੈ। ਦੂਜੇ ਦੇ ਵਿੱਚ ਕੀ ਹੋ ਗਿਆ, ਉਦੋਂ ਉਲਟਾ ਹੋ ਗਿਆ। ਬਸ ਸੀਡ ਉੱਪਰ ਫਰੂਟ ਦੀ ਕਵਰਿੰਗ ਹੁੰਦੀ ਹੈ, ਫਰੂਟ ਦੀ ਕਵਰਿੰਗ ਹੁੰਦੀ ਹੈ। ਜਿਵੇਂ ਐਪਲ, ਸੌਖਾ ਜਮਾ ਸੌਖੀ ਐਗਜ਼ਾਮਪਲ, ਠੀਕ ਹੈ। ਸੀਡ ਉੱਪਰ ਐਪਲ ਦੇ ਵਿੱਚ ਸੀਡ ਹੁੰਦੀ ਹੈ ਨਾ। ਹੁਣ ਦੇਖੋ, ਹੁਣ ਸਿੱਧਾ ਸਿੱਧਾ ਕਹਿ ਸਕਦੇ ਹਾਂ ਕਿ ਇਹਦੇ ਸੀਡ ਉੱਪਰ ਜਿਹੜੇ ਫਰੂਟ ਦੀ ਕਵਰਿੰਗ ਨਹੀਂ ਹੁੰਦੀ, ਤਾਂ ਮਤਲਬ ਇਹ ਕੀ ਹੈ, ਇਹਦੇ ਸੀਡ ਹੈ ਜਿਹੜੇ ਵਿਦਾਊਟ ਕੱਪੜੇ ਹੈ, ਠੀਕ ਹੈ। ਪੰਜਾਬੀ ਜਿਹਨੂੰ ਕਹਿ ਦਿੰਦੇ ਆਪਾਂ। ਇਹ ਇਹਦੇ ਵਿੱਚ ਕੀ ਆ ਗਿਆ ਆਪਣਾ, ਉਹਨੂੰ ਕਹਿ ਦਿੰਦੇ ਫਿਰ ਜਿਮਨੋਸਪਰਮ। ਜਿਮਨੋ ਮੈਨੇ ਆਪਣੇ ਕੋਲ ਕੀ ਹੋ ਗਿਆ, ਜਿਮਨੋ ਮੈਨੇ ਹੋ ਗਿਆ ਨੇਕਡ ਸੀਡ, ਠੀਕ ਹੈ। ਨੇਕਡ ਤੇ ਸਪਰਮ ਮੈਨੇ ਕੀ ਹੋ ਗਿਆ, ਸੀਡ। ਹੁਣ ਸਾਰੀ ਲਾਈਨ ਪਤਾ ਲੱਗ ਗਈ ਨਾ। ਤੇ ਹੁਣ ਜਿਹੜਾ ਆਪਣੇ ਕੋਲੇ ਲਾਸਟ ਵਾਲਾ ਆ ਗਿਆ ਅੱਗੋਂ, ਜਿਹੜੀ ਕਵਰਿੰਗ ਹੁੰਦੀ ਹੈ ਉਹਨੂੰ ਕੀ ਕਹਿੰਦੇ ਆ, ਉਹਨੂੰ ਕਹਿੰਦੇ ਆ ਆਪਣੇ ਕੋਲ ਐਂਜੀਓਸਪਰਮ, ਠੀਕ ਹੈ। ਆਹ ਤਾਂ ਹੋ ਗਿਆ ਆਪਣੇ ਕੋਲੇ ਸੀਡ, ਤੇ ਆਹ ਹੋ ਗਈ ਕਵਰਿੰਗ, ਕਵਰ, ਠੀਕ ਹੈ। ਹੁਣ ਲਾਸਟ ਜਿਹੜਾ ਇਹਦੇ ਵਿੱਚ ਵੀ ਅੱਗੋਂ 2 ਪੁਆਇੰਟਸ ਲਾ ਲਓ, ਇੱਕ ਮੋਨੋਕੋਟ ਹੁੰਦਾ, ਇੱਕ ਹੁੰਦਾ ਡਾਇਕੋਟ। ਹੁਣ ਮੋਨੋ ਮੈਨੇ ਤਾਂ ਸਿੰਗਲ ਹੀ ਹੁੰਦਾ, ਤੇ ਇਹਦੇ ਮੈਨੇ ਡਬਲ, ਠੀਕ ਹੈ। ਸਿੰਗਲ ਮੈਨੇ ਚਾਵਲ ਦਾ ਦਾਣਾ, ਠੀਕ ਹੈ। ਜਮਾ ਹੀ ਨਿੱਕਾ, ਇਹਨੂੰ ਜਿਵੇਂ ਤੋੜ ਕੇ ਤੁਸੀਂ ਅੱਗੋਂ ਇਹਦੇ ਸੀਡ ਨਹੀਂ ਬਣਾ ਸਕਦੇ। ਇਹਦੇ ਵਿੱਚ ਇਹ ਮੂੰਗਫਲੀ ਆ ਗਈ, ਮੂੰਗਫਲੀ ਹੋ ਗਈ, ਠੀਕ ਹੈ। ਇਹਦੇ ਵਿੱਚ ਜਦੋਂ ਆਪਾਂ ਖੋਲਾਂਗੇ ਵਿੱਚ ਹੋਰ ਸੀਡ ਹੋਣਗੇ। ਕਲੀਅਰ ਹੋ ਗਿਆ। ਦੁਬਾਰਾ ਫਿਰ ਰਿਪੀਟ ਕਰਾ ਦਿੰਦਾ, ਬੇਫਿਕਰ ਹੋ ਜਾਓ। ਹੁਣ ਦੇਖੋ, ਬਸ ਇੰਨਾ ਅੱਜ ਦੀ ਲੈਕਚਰ 'ਚ ਆਪਾਂ ਵੈਸੇ ਇੰਨਾ ਹੀ ਕਰਨਾ, ਮੈਂ ਰਿਪੀਟ ਕਰਾ ਦਿੰਦਾ ਤੁਹਾਨੂੰ ਸਾਰੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ। ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀ, ਸਾਰੀ ਰਿਪੀਟੇਸ਼ਨ ਕਰਾ ਦਿੰਦਾ ਤਾਂ ਜੋ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣ। ਕਿੰਗਡਮ ਕੀਤੇ ਸੀ ਮੋਨੇਰਾ, ਪ੍ਰੋਟਿਸਟਾ, ਫੰਗੇ, ਪਲਾਂਟੇ ਤੇ ਐਨੀਮੇਲੀਆ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਕੀਤਾ, ਯੂਨੀਸੈਲੂਲਰ ਤੇ ਮਲਟੀ ਸੈਲੂਲਰ। ਯੂਨੀ ਮੈਨੇ ਸਿੰਗਲ ਸੈੱਲ ਵਾਲੇ, ਮਲਟੀ ਮੈਨੇ ਜ਼ਿਆਦਾ ਸੈੱਲ ਵਾਲੇ। ਯੂਨੀ 'ਚ ਕਿਹੜੇ ਆ ਗਿਆ, ਪ੍ਰੋਕੈਰੀਓਟਿਕ ਸਭ ਤੋਂ ਪੁਰਾਣਾ, ਫਿਰ ਯੂਕੈਰੀਓਟਿਕ ਆ ਗਿਆ ਜਿਹੜਾ ਥੋੜਾ ਜਿਹਾ ਐਡਵਾਂਸ ਵਰਜਨ, ਬਾਕੀ ਸਾਰੇ ਯੂਕੈਰੀਓਟਿਕ ਹੀ ਚੱਲਣਗੇ, ਠੀਕ ਹੈ। ਪ੍ਰੋਕੈਰੀਓਟਿਕ ਮੋਨੇਰਾ ਜਿਵੇਂ ਬੈਕਟੀਰੀਆ ਵਗੈਰਾ ਹੋ ਗਏ, ਠੀਕ ਹੈ। ਮੋਨੇਰਾ ਯੂਕੈਰੀਓਟਿਕ 'ਚ ਫਿਰ ਪ੍ਰੋਟਿਸਟਾ ਆ ਗਿਆ। ਪ੍ਰੋਟਿਸਟਾ ਸਿੰਗਲ ਸੈੱਲ ਹੀ ਹੈ, ਇਹਦੇ ਵਿੱਚ ਸਿੰਗਲ ਪੜ੍ਹਦੇ ਆਪਾਂ। ਮੋਨੇਰਾ ਕੀ ਹੈ, ਸਿੰਗਲ ਸੈੱਲ ਹੀ ਹੈ। ਤੇ ਉਸ ਤੋਂ ਬਾਅਦ ਕੀ ਹੈ, ਇਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਚੱਜ ਨਾਲ। ਪ੍ਰੋਟਿਸਟਾ ਯੂਕੈਰੀਓਟਿਕ ਹੈ, ਜਿਵੇਂ ਲੋਕੋਮੋਸ਼ਨ ਐਡ ਹੋ ਗਿਆ ਇਹਦੇ ਵਿੱਚ, ਠੀਕ ਹੈ। ਫੰਗਈ ਕੀ ਹੋ ਗਈ, ਯੂਕੈਰੀਓਟਿਕ ਹੈ, ਸੈੱਲ ਵੋਲ ਹੁੰਦੀ ਹੈ ਪਰ ਇਹ ਆਪਦਾ ਭੋਜਨ ਆਪ ਤਿਆਰ ਨਹੀਂ ਕਰਦੇ। ਪਲਾਂਟੇ ਵਿੱਚ ਸੈੱਲ ਵੋਲ ਹੁੰਦੀ ਹੈ ਪਰ ਇਹ ਆਪਣਾ ਭੋਜਨ ਆਪ ਤਿਆਰ ਕਰਦੇ ਆ। ਫੰਗੀ ਚਿੱਟਨ ਦੀ ਬਣੀ ਹੁੰਦੀ ਹੈ ਸੈੱਲ ਵੋਲ, ਤੇ ਪਲਾਂਟੇ ਵਿੱਚ ਸੈਲੂਲੋਇਡ ਦੀ ਬਣੀ ਹੁੰਦੀ ਹੈ। ਹੁਣ ਆ ਗਿਆ ਪਲਾਂਟ ਦੇ ਵੀ ਅੱਗੋਂ ਸਾਰਾ ਕੁਝ। ਜਿਹੜਿਆਂ 'ਚ ਤਾਂ ਰੂਟ, ਸਟੈਮ, ਲੀਫ ਨਹੀਂ ਦਿਖਦੇ ਉਹਨੂੰ ਕਹਿੰਦੇ ਥੈਲੋਫਾਈਟਾ। ਜਿਹੜਿਆਂ 'ਚ ਦਿਖਣ ਲੱਗ ਜਾਂਦੇ ਆ ਉਹ ਹੋ ਗਿਆ ਆਪਣੇ ਕੋਲ ਬ੍ਰਾਇਓਫਾਈਟਾ।
ਜਿਨ੍ਹਾਂ ਵਿੱਚ ਵੈਸਕੂਲਰ ਬੰਡਲ ਹੋ ਗਏ, ਉਹ ਹੋ ਗਿਆ ਆਪਣੇ ਕੋਲ ਟੈਰੀਡੋਫਾਈਟਾ। ਠੀਕ ਹੈ, ਇਹ ਤਿੰਨੇ ਮਿਲ ਕੇ ਕੀ ਬਣ ਗਏ? ਇਹ ਬਣ ਗਏ ਕ੍ਰਿਪਟੋਗੈਮਸ। ਕ੍ਰਿਪਟੋਗੈਮਸ ਕਿਉਂ ਕਹਿੰਦੇ ਆ? ਕਿਉਂਕਿ ਇਹਨਾਂ ਵਿੱਚ ਹਿਡਨ ਹੁੰਦੇ ਆ ਗੈਮਿਟਸ। ਗੈਮਿਟਸ ਮਤਲਬ ਫੀਮੇਲ ਮੇਲ ਵਾਲਾ ਸਿਸਟਮ ਇਹਨਾਂ ਵਿੱਚ ਹਿਡਨ ਹੁੰਦਾ। ਠੀਕ ਹੈ, ਇੱਕ ਸਪੋਰ ਥਰੂ ਜਿਹੜਾ ਆਪਣਾ ਗਾਂ ਵਧਾਉਂਦੇ ਆ ਸਾਰਾ ਕੁਝ। ਉਸ ਤੋਂ ਬਾਅਦ ਕੀ ਹੈ? ਨੋਨ ਫਲਾਵਰਿੰਗ ਹੁੰਦੇ ਆ ਤੇ ਸੀਡਲੈਸ ਹੁੰਦੇ ਆ। ਹੁਣ ਲਾਸਟ ਵਾਲਾ ਕੀ ਆ ਗਿਆ ਆਪਣੇ ਕੋਲੇ? ਉਹ ਆ ਗਿਆ ਫਨੈਰੋਗੈਮਸ। ਫਨੈਰੋਗੈਮਸ ਵੀ ਅੱਗੋਂ ਦੋ ਤਰ੍ਹਾਂ ਦੇ ਹੋ ਗਏ, ਇੱਕ ਤਾਂ ਸੀਡ ਕੱਲਾ, ਇੱਕ ਸੀਡ ਦੇ ਉੱਪਰ ਜਿਹੜੀ ਫਰੂਟ ਦੀ ਕਵਰਿੰਗ। ਜਿਹੜਾ ਸੀਡ ਕੱਲਾ ਹੈ ਉਹਨੂੰ ਕਹਿੰਦੇ ਜਿਮਨੋਸਪਰਮ, ਤੇ ਜਿਹੜੇ ਦੇ ਉੱਪਰ ਕਵਰਿੰਗ ਉਹਨੂੰ ਕਹਿੰਦੇ ਐਂਜੀਓਸਪਰਮ। ਤੇ ਜਿਮਨੋਸਪਰਮ ਨੇਕਡ ਸੀਡ, ਐਂਜੀਓਸਪਰਮ ਕਵਰ ਵਾਲਾ। ਐਂਜੀਓ ਦੇ ਵਿੱਚ ਅੱਗੋਂ ਆ ਗਿਆ ਮੋਨੋਕੋਟ ਤੇ ਡਾਈਕੋਟ। ਮੋਨੋਕੋਟ ਹੋ ਗਿਆ ਜਿਵੇਂ ਚਾਵਲ ਦਾ ਦਾਣਾ, ਤੇ ਡਾਈਕੋਟ ਹੋ ਗਈ ਮੂੰਗਫਲੀ। ਕਲੀਅਰ ਹੋ ਗਈਆਂ ਸਾਰੀਆਂ ਚੀਜ਼ਾਂ? ਕੱਲ ਵਾਲੇ ਲੈਕਚਰ 'ਚ ਆਪਾਂ ਕਰਾਂਗੇ ਐਨੀਮਲ ਵਾਲਾ। ਮੈਂ ਕੋਸ਼ਿਸ਼ ਕਰੂੰਗਾ ਕੱਲ ਵੀ ਲੈਕਚਰ ਲਾਈਏ ਆਪਾਂ ਇੰਨੀ ਡਿਟੇਲ ਨਾਲ ਹਰੇਕ ਚੀਜ਼। ਜਿਹੜੀ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿੰਦਾ, ਜੇ ਤੁਹਾਨੂੰ ਪਰਫੈਕਟ ਤੇ ਵਧੀਆ ਚੀਜ਼ ਚਾਹੀਦੀ ਹੈ ਨਾ, ਉਹਦੇ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਹੈ। ਠੀਕ ਹੈ, ਹੁਣ ਮੈਂ ਗਰੰਟੀ ਕਰ ਸਕਦਾ ਪੰਜਾਬੀ ਦੇ ਵਿੱਚ ਇੰਨਾ ਵਧੀਆ ਕਿਸੇ ਨੇ ਨਹੀਂ ਕਰਾਇਆ ਹੋਣਾ ਇਸ ਤੋਂ ਪਹਿਲਾਂ ਜਿਹੜੀ ਮੈਂ ਵੀਡੀਓ ਪਾਦੀ। ਇਸ ਤੋਂ ਬਾਅਦ ਵੀਡੀਓ ਆ ਜਾਣ ਵੇਖਣ ਤੋਂ ਬਾਅਦ ਤਾਂ ਕੀ ਕਹਿ ਸਕਦੇ। ਮੈਂ ਗਰੰਟੀ ਕਰ ਸਕਦਾ ਜਿੰਨੇ ਬੱਚੇ ਵੇਖੀ ਨੇ ਕਿਸੇ ਨੇ ਨਹੀਂ ਐਡੀ ਸੌਖੇ ਤਰੀਕੇ ਪੇਡ 'ਚ ਵੀ ਨਹੀਂ ਵੇਖੀ ਹੋਣੀ। ਠੀਕ ਹੈ, ਇਹ ਵੀ ਗਰੰਟੀ ਹੈ। ਤੇ ਚਲੋ ਬਸ ਤੁਹਾਡਾ ਇੰਨਾ ਹੀ ਕੰਮ ਹੈ, ਸ਼ੇਅਰ ਲਾਈਕ ਕਮੈਂਟ ਕਰ ਦਿਓ ਵੱਧ ਤੋਂ ਵੱਧ। ਮਤਲਬ ਸਾਨੂੰ ਵੀ ਹੌਸਲਾ ਦਿਆ ਕਰੋ ਕਿ ਬੱਚਿਆਂ ਨੂੰ ਵਰਕ ਪਸੰਦ ਆ ਰਿਹਾ। ਇੱਕ ਕਮੈਂਟ ਕਰਨ ਨਾਲ ਤੁਹਾਡਾ ਕੁਝ ਨਹੀਂ ਜਾਂਦਾ, ਪਰ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਹੈ ਕਿ ਵਾਕਈ ਜਿਹੜਾ ਅਸੀਂ ਕੁਝ ਕਰਾ ਰਹੇ ਹਾਂ, ਫਿਰ ਲਾ ਰਹੇ ਹਾਂ, ਤਾਂ ਤੁਹਾਨੂੰ ਸਮਝ ਆ ਰਿਹਾ, ਪਸੰਦ ਆ ਰਿਹਾ। ਤਾਂ ਮਿਲਦੇ ਹਾਂ ਹੁਣ ਨੈਕਸਟ ਲੈਕਚਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੀਮਤੀ ਸਮੇਂ ਦੇਣ ਲਈ। ਬਹੁਤ ਬਹੁਤ ਧੰਨਵਾਦ।